ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1383 ਤੇ ਅੰਗ ਨੰਬਰ 1383 100 ਨੰਬਰ ਤੋਂ ਬਾਅਦ ਫਰੀਦਾ ਹੋਂ ਬਲਿਹਾਰੀ ਤਿੰਨ ਪੰਖੀਆਂ, ਜੰਗਲ ਜਿਨ੍ਹਾਂ ਵਾਸ, ਕੰਕਰ ਚੁਗਨ ਠਾਲ ਵਸਨ, ਰੱਬ ਨਾ ਛੋੜਨ ਪਾਸ। ਇਹ 'ਚ ਸ਼ਬਦ ਹੈ, ਇੱਥੇ ਲਿਖਿਆ ਕੱਕਰ। ਇਹ ਉਚਾਰਨ ਹੈ ਕੰਕਰ, ਜਿਹਨੂੰ ਰੋੜੇ ਕਹਿੰਦੇ ਨੇ, ਛੋਟੇ ਛੋਟੇ ਰੋੜਿਆਂ ਨੂੰ ਕੰਕਰ ਕਹਿੰਦੇ ਨੇ। ਫਰੀਦਾ ਹੋਂ ਬਲਿਹਾਰੀ ਤਿੰਨ ਪੰਖੀਆਂ, ਪੰਖੀਆਂ ਮੈਨੇ ਪੰਛੀਆਂ। ਫਰੀਦ ਸਾਹਿਬ ਕਹਿੰਦੇ ਮੈਂ ਉਹਨਾਂ ਪੰਛੀਆਂ ਤੋਂ ਬਲਿਹਾਰ ਜਾਂਦਾ ਹਾਂ। ਜੰਗਲ ਜਿਨ੍ਹਾਂ ਵਾਸ, ਜਿਹੜੇ ਜੰਗਲ ਵਿੱਚ ਵਸਦੇ ਹਨ। ਕੰਕਰ ਚੁਗਨ, ਉਹ ਰੋੜੇ ਚੁੱਕ ਕੇ ਗੁਜ਼ਾਰਾ ਕਰਦੇ ਨੇ। ਥਲ ਵਸਨ, ਧਰਤੀ 'ਤੇ ਰਹਿੰਦੇ ਨੇ। ਸਾਡੇ ਵਾਂਗੂ ਉਹਨਾਂ ਕੋਲ ਕੋਈ ਕੋਠੀਆਂ ਨਹੀਂ, ਕੋਈ ਘਰ ਨਹੀਂ। ਸਾਡੇ ਵਾਂਗੂ ਉਹਨਾਂ ਕੋਲ ਕੋਈ ਖਾਣ ਨੂੰ ਪਰੌਂਠੇ ਨਹੀਂ। ਕੰਕਰ ਚੁਗਨ, ਉਹ ਰੋੜੀਆਂ ਚੁੱਕ ਚੁੱਕ ਕੇ ਗੁਜ਼ਾਰਾ ਕਰਦੇ ਨੇ। ਥਲ ਵਸਨ, ਧਰਤੀ 'ਤੇ ਵਸਦੇ ਨੇ। ਰੱਬ ਨਾ ਛੋੜਨ ਪਾਸ, ਪਰ ਪਰਮਾਤਮਾ ਵਾਲਾ ਪਾਸਾ ਨਹੀਂ ਛੱਡਦੇ। ਇਹ ਨਹੀਂ ਕਿ ਗਰੀਬ ਹਾਂ ਅਸੀਂ, ਜੰਗਲਾਂ 'ਚ ਰਹਿੰਦੇ ਹਾਂ, ਸਾਡੇ ਕੋਲ ਖਾਣ ਪੀਣ ਨੂੰ ਚੰਗਾ ਨਹੀਂ ਹੈ, ਰਹਿਣ ਨੂੰ ਘਰ ਨਹੀਂ ਹੈ। ਇਹ ਨਹੀਂ ਉਹ ਸੋਚਦੇ, ਉਹ ਰੱਬ ਨੂੰ ਨਹੀਂ ਛੱਡਦੇ, ਰੱਬ ਦਾ ਨਾਮ ਜਪਦੇ ਰਹਿੰਦੇ। ਭਾਵੇਂ ਮਨੁੱਖ ਗਰੀਬ ਹੋਵੇ, ਰਹਿਣ ਨੂੰ ਵੀ ਇਹਦੇ ਕੋਲ ਚਾਹੀਦੀ ਥਾਂ ਨਾ ਹੋਵੇ, ਖਾਣ ਪੀਣ ਨੂੰ ਵੀ ਵਧੀਆ ਨਾ ਹੋਵੇ, ਫਿਰ ਵੀ ਉਸਨੂੰ ਪਰਮਾਤਮਾ ਦਾ ਨਾਮ ਨਹੀਂ ਛੱਡਣਾ ਚਾਹੀਦਾ। ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ। ਆਪੇ ਫਿਰ ਪਰਮਾਤਮਾ ਕਿਰਪਾ ਕਰ ਦਿੰਦਾ ਹੈ। ਪਰ ਕਈ ਵਾਰੀ ਮਨੁੱਖ ਗਰੀਬੀ ਕਾਰਨ ਪਰਮਾਤਮਾ ਦਾ ਨਾਮ ਨਹੀਂ ਜਪਦੇ। ਰੱਬ ਨੇ ਸਾਨੂੰ ਕੀ ਦਿੱਤਾ? ਰੱਬ ਨੇ ਸਾਨੂੰ ਕੀ ਦਿੱਤਾ? ਜਿਨ੍ਹਾਂ ਨੂੰ ਰੱਬ ਨੇ ਦਿੱਤਾ, ਲੋਕ ਉਹਨਾਂ ਦਾ ਕਿਹੜਾ ਨਾਮ ਜਪਦੇ ਰੱਬ ਦਾ। ਹੁਣ ਜਿਨ੍ਹਾਂ ਕੋਲ ਮਹਿਲ ਮਾੜੀਆਂ ਨੇ, ਸਗੋਂ ਉਹਨਾਂ ਨੂੰ ਤਾਂ ਜ਼ਿਆਦਾ ਜਪਣਾ ਚਾਹੀਦਾ ਵੀ ਦੇਖੋ ਸਾਨੂੰ ਪਰਮਾਤਮਾ ਨੇ ਵਧੀਆ ਰਹਿਣ ਨੂੰ ਕਰ ਦਿੱਤਾ ਹੈ, ਵਧੀਆ ਖਾਣ ਪੀਣ ਨੂੰ ਦਿੱਤਾ ਹੈ। ਪਰ ਉਹ ਤਾਂ ਵਿਚਾਰ ਹੀ ਨਹੀਂ ਕਰਦੇ ਕਿ ਰੱਬ ਨੇ ਦਿੱਤਾ। ਉਹ ਤਾਂ ਕਹਿੰਦੇ ਅਸੀਂ ਘਰ ਬਣਾਇਆ, ਅਸੀਂ ਪੈਸੇ ਕਮਾਏ ਨੇ, ਅਸੀਂ ਵਧੀਆ ਖਾਂਦੇ ਪੀਂਦੇ ਹਾਂ, ਰੱਬ ਨੇ ਸਾਨੂੰ ਕਿੱਥੇ ਦਿੱਤਾ? ਉਹਨਾਂ ਦੀ ਸੋਚ ਇਹ ਹੈ। ਗਰੀਬ ਦੀ ਸੋਚ ਇਹ ਹੋ ਸਕਦੀ ਹੈ ਕਿ ਰੱਬ ਨੇ ਸਾਨੂੰ ਕੋਈ ਦਿੱਤਾ ਹੀ ਨਹੀਂ, ਅਸੀਂ ਕਦੇ ਰੱਬ ਦਾ ਨਾਂ ਲਈਏ। ਪਰ ਨਹੀਂ, ਫਰੀਦ ਸਾਹਿਬ ਕਹਿੰਦੇ ਸਾਡੇ ਨਾਲੋਂ ਤਾਂ ਪੰਛੀ ਚੰਗਣ ਜੇ ਜੰਗਲ 'ਚ ਰਹਿੰਦੇ ਨੇ। ਭਾਵੇਂ ਜੰਗਲਾਂ 'ਚ ਰਹਿੰਦੇ ਨੇ, ਕੰਕਰ ਚੁੱਗ ਕੇ ਗੁਜ਼ਾਰਾ ਕਰਦੇ ਨੇ, ਧਰਤੀ 'ਤੇ ਵਸਦੇ ਨੇ, ਘਰ ਘਾਟ ਕੋਈ ਨਹੀਂ ਉਹਨਾਂ ਦਾ। ਰੱਬ ਨਾ ਛੋੜਨ ਪਾਸ, ਪਰ ਉਹ ਰੱਬ ਵਾਲਾ ਪਾਸਾ ਨਹੀਂ ਛੱਡਦੇ, ਭਾਵ ਪਰਮਾਤਮਾ ਨੂੰ ਨਹੀਂ ਛੱਡਦੇ, ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ। ਸੋ ਮਨੁੱਖ ਨੂੰ ਸਮਝਾਇਆ ਕਿ ਹੇ ਇਨਸਾਨ, ਹਾਲਤ ਕਿਹੋ ਜਿਹੀ ਵੀ ਹੋਵੇ, ਅਮੀਰੀ ਦੀ ਹੋਵੇ, ਗਰੀਬੀ ਦੀ ਹੋਵੇ, ਔਖੀ ਹੋਵੇ, ਸੌਖੀ ਹੋਵੇ, ਪਰਮਾਤਮਾ ਦਾ ਨਾਮ ਜਪੀ ਜਾਣਾ ਹੈ। ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਾਂ, ਜਪਦੇ ਰਹਿੰਦੇ ਹਾਂ, ਜਪਦੇ ਰਹਿੰਦੇ ਹਾਂ, ਫਿਰ ਹਾਲਾਤ ਸਾਡੇ ਅਨੁਕੂਲ ਹੋਣੇ ਸ਼ੁਰੂ ਹੋ ਜਾਂਦੇ ਨੇ। ਹੁਣ ਕਈ ਵਾਰੀ ਹਾਲਾਤ ਸਾਡੇ ਪ੍ਰਤੀਕੂਲ ਨੇ, ਸਾਡੇ ਅਨੁਕੂਲ ਨਹੀਂ, ਪ੍ਰਤੀਕੂਲ ਨੇ, ਤਾਂ ਵੀ ਨਾਮ ਜਪਦੇ ਰਹਿਣਾ ਚਾਹੀਦਾ। ਜੋ ਹੁਣ ਇਸ ਵੇਲੇ ਉਲਟ ਨੇ, ਉਹ ਸੁਲਟ ਹੋ ਸਕਦੇ ਹਨ। ਹਾਲਾਤ ਬਦਲ ਸਕਦੇ ਹਨ। ਹਾਲਾਤ ਸਦਾ ਇੱਕੋ ਜਿਹੇ ਨਹੀਂ ਰਿਹਾ ਕਰਦੇ। ਹੁਣ ਪਤਾ ਨਹੀਂ ਕੀ ਨਤੀਜਾ ਨਿਕਲੇਗਾ, ਕਿਸੇ ਨੂੰ ਕੋਈ ਪਤਾ ਨਹੀਂ।
ਆ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ, ਇਹ ਕੋਈ ਪਤਾ ਨਹੀਂ ਪੰਜਾਬ ਲਈ ਲਾਭਦਾਇਕ ਕਿ ਬਹੁਤ ਭਾਰੀ ਨੁਕਸਾਨਦਾਇਕ ਹੈ, ਕੁਛ ਪਤਾ ਨਹੀਂ ਅਜੇ। ਹਾਲਾਤ ਕਿਹੋ ਜਿਹੇ ਵੀ ਹੋ ਸਕਦੇ ਹਨ, ਇਸ ਲਈ ਚੰਗੇ ਤੋਂ ਮੰਦੇ, ਮੰਦੇ ਤੋਂ ਚੰਗੇ ਹਾਲਾਤ ਬਦਲਦੇ ਰਹਿੰਦੇ ਨੇ। ਨਾਮ ਨਹੀਂ ਮਨੁੱਖ ਨੂੰ ਛੱਡਣਾ ਚਾਹੀਦਾ, ਨਾਮ ਜਪਦੇ ਰਹਿਣਾ ਚਾਹੀਦਾ ਹੈ, ਤਾਂ ਜੋ ਸਮਾਂ ਪਾ ਕੇ ਹਾਲਾਤ ਸਾਡੇ ਅਨੁਕੂਲ ਹੋ ਜਾਣ, ਸਾਡੇ ਅਨੁਸਾਰ ਹੋ ਜਾਣ। ਇਹ ਵਿਸ਼ਵਾਸ ਰੱਖਣਾ ਚਾਹੀਦਾ ਕਿ ਇੱਕੋ ਸਥਿਤੀ ਨਹੀਂ ਸਦਾ ਰਹਿੰਦੀ, ਹਰ ਇੱਕ ਚੀਜ਼ ਬਦਲ ਰਹੀ ਹੈ। ਦੁਨੀਆ ਦੀ ਕੋਈ ਐਸੀ ਚੀਜ਼ ਨਹੀਂ ਜਿਹੜੀ ਨਾ ਬਦਲਦੀ ਹੋਵੇ, ਹਰ ਇੱਕ ਚੀਜ਼ ਬਦਲ ਰਹੀ ਹੈ। ਇਸ ਲਈ ਸਾਡੇ ਹਾਲਾਤ ਵੀ ਬਦਲ ਜਾਣਗੇ, ਜਿਹੜੇ ਹੁਣ ਨੇ ਇਹ ਨਹੀਂ ਰਹਿਣੇ। ਹੁਣ ਚੰਗੇ ਨੇ, ਮਾੜੇ ਵੀ ਆ ਸਕਦੇ ਨੇ, ਮਾੜੇ ਨੇ ਚੰਗੇ ਵੀ ਆ ਸਕਦੇ ਹਨ। ਹਾਲਾਤ ਕੋਈ ਵੀ ਹੋਵੇ, ਕਿਹੋ ਜਿਹੀ ਅਵਸਥਾ 'ਚ ਵੀ ਬੰਦਾ ਕਿਉਂ ਨਾ ਹੋਵੇ, ਬਾਣੀ ਵਾਰੀ ਵਾਰੀ ਯਾਦ ਕਰਦੇ ਕਿ ਤੂੰ ਰੱਬ ਨੂੰ ਨਹੀਂ ਛੱਡਣਾ, ਰੱਬ 'ਤੇ ਕੋਈ ਗਿਲਾ ਨਹੀਂ ਕਰਨਾ, ਰੱਬ 'ਤੇ ਨਹੀਂ ਗਿਲਾ ਕਰਨਾ। ਬੇਇਨਸਾਫੀਆਂ ਰੱਬ ਨਹੀਂ ਕਰਦਾ ਹੁੰਦਾ, ਲੋਕ ਕਰਦੇ ਨੇ, ਸਮੇਂ ਦੀਆਂ ਸਰਕਾਰਾਂ ਕਰਦੀਆਂ ਨੇ। ਰੱਬ ਕਿਸੇ ਨਾਲ ਕੋਈ ਬੇਇਨਸਾਫੀ ਨਹੀਂ ਕਰਦਾ, ਇਸ ਲਈ ਉਹਨੂੰ ਨਹੀਂ ਛੱਡਣਾ ਚਾਹੀਦਾ। ਜੇ ਰੱਬ ਹੀ ਬੇਇਨਸਾਫੀ ਕਰੋ, ਰੱਬ ਕਦੋਂ ਹੋਇਆ ਬਈ? ਜੇ ਰੱਬ ਹੀ ਸਾਨੂੰ ਦੁੱਖ ਦੇਗਾ, ਰੱਬ ਕਦੋਂ ਹੋਇਆ? ਜੇ ਮਾਂ ਪਿਓ ਬੱਚੇ ਨੂੰ ਦੁੱਖ ਦੇਣ, ਕਦੇ ਮਾਂ ਪਿਓ ਨੇ ਉਹ ਕਦੇ ਮਾਂ ਪਿਓ ਨੇ। ਇਸ ਲਈ ਰੱਬ ਨਹੀਂ ਕਿਸੇ ਨੂੰ ਦੁੱਖ ਦਿੰਦਾ, ਨਾ ਕੋਈ ਰੱਬ ਬਦਲਾ ਲੈਂਦਾ ਹੈ। ਉਹ ਤਾਂ ਜੇ ਬਾਣੀ ਪੜ੍ਹੋ ਤਾਂ ਉਸ 'ਤੇ ਗੁਣ ਹੀ ਗੁਣ ਨੇ, ਔਗਣ 'ਤੇ ਕੋਈ ਲਿਖੇ ਹੀ ਨਹੀਂ। ਉਹ ਤਾਂ ਮਿੱਠ ਬੋਲੜਾ ਹੈ, ਉਹ ਤਾਂ ਮੁਆਫ ਕਰ ਦੇਣ ਵਾਲਾ ਹੈ। ਪਿਛਲੇ ਔਗਣ ਬਖਸ਼ ਲੈ, ਪ੍ਰਭ ਅੱਗੇ ਮਾਰਗ ਪਾਵੇ। ਇਸ ਲਈ ਪੰਛੀਆਂ ਦੀ ਉਦਾਹਰਣ ਦੇ ਕੇ ਮਨੁੱਖ ਨੂੰ ਸਮਝਾਇਆ। ਕਹਿੰਦੇ ਮੈਂ ਤਾਂ ਉਹਨਾਂ ਪੰਛੀਆਂ ਤੋਂ ਕੁਰਬਾਨ ਹਾਂ, ਬਲਿਹਾਰ ਹਾਂ, ਜਿਹੜੇ ਜੰਗਲਾਂ 'ਚ ਵਸਦੇ ਨੇ, ਛੋਟੇ ਛੋਟੇ ਰੋੜੇ ਚੁੱਕ ਚੁੱਕ ਕੇ ਖਾਂਦੇ ਨੇ, ਧਰਤੀ 'ਤੇ ਵਸਦੇ ਨੇ, ਕੋਈ ਰਹਿਣ ਨੂੰ ਥਾਂ ਨਹੀਂ ਹੈ ਉਹਨਾਂ ਦੇ, ਪਰ ਉਹ ਰੱਬ ਵਾਲਾ ਪਾਸਾ ਨਹੀਂ ਛੱਡਦੇ, ਪਰ ਰੱਬ ਦਾ ਨਾਮ ਜਪਣੋਂ ਨਹੀਂ ਹਟਦੇ। ਅੱਗੇ ਕਹਿੰਦੇ ਫਰੀਦਾ ਰੁੱਤ ਫਿਰੀ ਵਣ ਕੰਬਿਆ, ਪੱਤ ਝੜੇ ਚੜ ਪਾਹੇ, ਚਾਰੇ ਕੁੰਡਾਂ ਢੂੰਡੀਆਂ, ਰਹਿਣ ਕਿਥਾਉ ਨਾਹੀਂ। ਰੁੱਤ ਫੇਰੀ, ਜਦੋਂ ਰੁੱਤ ਬਦਲਦੀ ਹੈ, ਕਦੇ ਤੇਜ਼ ਹਵਾਵਾਂ ਆਉਂਦੀਆਂ, ਹਨੇਰੀਆਂ ਆਉਂਦੀਆਂ, ਤੂਫਾਨ ਆਉਂਦੇ ਨੇ। ਰੁੱਤ ਜਦੋਂ ਬਦਲੀ, ਵਣ ਕੰਬਿਆ, ਵਣ ਭਾਵ ਦਰਖਤ, ਹਵਾ ਚੱਲੀ, ਦਰਖਤ ਹਿੱਲਿਆ। ਪੱਤ ਝੜੇ ਝੜ ਪਾਏ, ਉਹਦੇ ਪੱਤ ਝੜਨੇ ਸ਼ੁਰੂ ਹੋ ਗਏ। ਕਈ ਵਾਰੀ ਪੱਤ ਝੜ ਦਾ ਸਮਾਂ ਆ ਜਾਂਦਾ, ਥੋੜ੍ਹੀ ਜਿਹੀ ਹਵਾ ਚੱਲੇ, ਪੱਤੇ ਡਿੱਗਣੇ ਸ਼ੁਰੂ ਹੋ ਜਾਂਦੇ ਨੇ। ਰੁੱਤ ਬਦਲ ਗਈ ਹੈ, ਦਰਖਤਾਂ ਦੇ ਪੱਤੇ ਪੱਕ ਗਏ ਨੇ। ਜਿਵੇਂ ਆਪਾਂ ਜਦ ਪੂਰੇ ਪੱਕ ਜਾਵਾਂਗੇ, ਫਿਰ ਆਪਾਂ ਮਰ ਵੀ ਜਾਣਾ ਹੈ। ਹਰ ਇੱਕ ਚੀਜ਼ ਨੇ ਸਦਿਆ ਨਹੀਂ ਰਹਿਣਾ ਹੁੰਦਾ। ਕੋਈ ਵੀ ਚੀਜ਼ ਬਣੀ ਹੋਈ ਹੈ, ਉਹਨੇ ਇੱਕ ਨਾ ਇੱਕ ਦਿਨ ਨਾਸ ਹੋਣਾ ਹੀ ਹੋਣਾ ਹੈ। ਰੁੱਤ ਬਦਲੀ, ਦਰਖਤ ਹਿੱਲਿਆ, ਪੱਤ ਝੜ ਕੇ ਡਿੱਗ ਪਏ। ਚਾਰੇ ਕੁੰਡਾਂ ਢੂੰਡੀਆਂ, ਮੈਂ ਚਾਰੇ ਦਿਸ਼ਾਵਾਂ ਢੂੰਡੀਆਂ ਨੇ, ਰਹਿਣ ਕਿਥਾਉ ਨਹੀਂ, ਸਦਾ ਲਈ ਰਹਿਣ ਲਈ ਕੋਈ ਥਾਂ ਨਹੀਂ। ਚਾਰੇ ਕੁਝ ਦਿਸ਼ਾਵਾਂ ਨੇ, ਪੂਰਬ, ਪੱਛਮ, ਉੱਤਰ, ਦੱਖਣ। ਕਿਸੇ ਵੀ ਜਗ੍ਹਾ 'ਤੇ ਅਸੀਂ ਸਦਾ ਨਹੀਂ ਰਹਿ ਸਕਦੇ, ਭਾਵ ਅਸੀਂ ਜਿਵੇਂ ਦਰਖਤਾਂ ਦੇ ਪੱਤੇ ਝੜ ਜਾਂਦੇ ਨੇ, ਇਸ ਤਰ੍ਹਾਂ ਹੈ ਇਨਸਾਨ, ਤੂੰ ਵੀ ਇੱਕ ਦਿਨ ਮਰ ਜਾਣਾ ਹੈ। ਜੇ ਦਰਖਤਾਂ ਦੇ ਪੱਤੇ ਸਦਾ ਦਰਖਤਾਂ ਨਾਲ ਲੱਗੇ ਨਹੀਂ ਰਹੇ, ਸਮਾਂ ਆਉਣ 'ਤੇ ਉਹ ਝੜ ਗਏ। ਹੈ ਇਨਸਾਨ, ਤੂੰ ਜਿੱਥੇ ਮਰਜ਼ੀ ਰਹਿ ਲਾ, ਉਸ ਨਾਲ ਕੋਈ ਫਰਕ ਨਹੀਂ ਪੈਂਦਾ, ਤੂੰ ਸਦਾ ਨਹੀਂ ਰਹਿਣਾ। ਪੱਤਿਆਂ ਦੀ ਉਦਾਹਰਣ ਦੇ ਕੇ ਸਾਨੂੰ ਸਮਝਾਇਆ। ਜਿੰਨਾ ਚਿਰ ਰੁੱਤ ਵਧੀਆ ਹੈ, ਪੱਤੇ ਨਾਲ ਲੱਗੇ ਹੋਏ ਨੇ, ਪੱਤ ਝੜਦੇ ਸਮਾਂ ਆ ਗਿਆ ਹੈ, ਪੱਤੇ ਝੜ ਗਏ ਨੇ। ਇਸ ਤਰ੍ਹਾਂ ਸਾਡਾ ਵੀ ਇਹੋ ਜਿਹੀ ਜੀਵਨ ਹੈ। ਇੱਕ ਸਮਾਂ ਆਉਣਾ, ਸਾਡੀ ਵੀ ਡੈਥ ਹੋ ਜਾਣੀ ਹੈ, ਅਸੀਂ ਸਦਾ ਨਹੀਂ ਰਹਿਣਾ।
ਹੁਣ ਜਦੋਂ ਅਸੀਂ ਸਦਾ ਨਹੀਂ ਰਹਿਣਾ ਤੇ ਬਾਣੀ ਫਿਰ ਕਹਿੰਦੀ ਹੈ ਭਾਈ ਜਿੰਨਾ ਸਮਾਂ ਵੀ ਤੇਰੇ ਕੋਲੇ ਹੈ ਤੂੰ ਆਪਣੀ ਭਜਨ ਬੰਦਗੀ ਕਰ, ਸ਼ੁਭ ਕਰਮ ਕਰ, ਭਜਨ ਬੰਦਗੀ ਕਰ। ਸ਼ੁਭ ਕਰਮਾਂ ਤੋਂ ਬਿਨਾਂ ਅਸੀਂ ਸੁਖੀ ਨਹੀਂ ਹੋ ਸਕਦੇ। ਇਹ ਖਿਆਲ ਰੱਖਣਾ। ਮੈਂ ਦੇਖਿਆ ਮਨੁੱਖ ਸੁਖੀ ਤੇ ਹੋਣਾ ਚਾਹੁੰਦਾ ਹੈ ਪਰ ਕੰਮ ਨਹੀਂ ਚੰਗੇ ਕਰਦਾ। ਵੀ ਭੈੜੇ ਕੰਮ ਕਰਕੇ ਤੂੰ ਕਿਵੇਂ ਸੁਖੀ ਹੋ ਸਕਦਾ ਬਈ? ਡੂ ਗੁੱਡ ਫਾਈਂਡ ਗੁੱਡ। ਚੰਗਾ ਕਰਕੇ ਹੀ ਅਸੀਂ ਚੰਗੇ ਹੋ ਸਕਦੇ, ਸੁਖੀ ਹੋ ਸਕਦੇ ਹਾਂ। ਮਨੁੱਖ ਚੰਗੇ ਕਰਮਾਂ ਤੋਂ ਬਿਨਾਂ ਸੁਖੀ ਹੋ ਹੀ ਨਹੀਂ ਸਕਦਾ। ਨਾਮ ਇਸ ਲਈ ਜਪਣਾ ਹੈ, ਇੱਕ ਤਾਂ ਸਾਨੂੰ ਹੁਕਮ ਹੈ ਨਾਮ ਜਪੋ, ਦੂਜਾ ਇਸ ਲਈ ਨਾਮ ਜਪਣਾ ਕਿ ਜਿਹੜੇ ਅਸੀਂ ਪਿਛਲੇ ਜਨਮਾਂ ਸਾਡੇ ਤੋਂ ਪਾਪ ਕਰਮ ਹੋ ਗਏ ਜਾਂ ਇਸ ਜਨਮ 'ਚ ਹੋ ਗਏ, ਉਹ ਅਸੀਂ ਬਖਸ਼ਾਉਣੇ ਨੇ। ਉਹਦੇ ਬਖਸ਼ਾਉਣ ਦਾ ਗੁਰੂਆਂ ਨੇ ਢੰਗ ਦੱਸਿਆ ਵੀ ਇੱਕ ਤੇ ਅੱਗੇ ਤੋਂ ਪਾਪ ਕਰਮ ਬੰਦ ਕਰ ਦਿਓ, ਮਾੜਾ ਕੰਮ ਬੰਦ ਕਰ ਦਿਓ, ਤੋਬਾ ਕਰ ਲਓ। ਨੰਬਰ 2, ਉਹ ਜਿਹੜਾ ਹੋ ਗਿਆ ਹੈ ਉਸ ਦੇ ਅਸਰ ਨੂੰ ਖਤਮ ਕਰਨ ਲਈ ਤੁਹਾਨੂੰ ਨਾਮ ਜਪਣਾ ਪਏਗਾ। ਬਾਣੀ ਪੜ੍ਹ ਪੜ੍ਹ ਕੇ, ਨਾਮ ਜਪ ਜਪ ਕੇ ਜਿਹੜਾ ਸਾਡੇ ਤੋਂ ਮਾੜਾ ਕਰਮ ਹੋ ਗਿਆ ਉਹਦੇ ਪ੍ਰਭਾਵ ਨੂੰ ਖਤਮ ਕੀਤਾ ਜਾ ਸਕਦਾ ਹੈ। ਜਦੋਂ ਕਰਮ ਹੀ ਮਾੜੇ ਕਰਮ ਖਤਮ ਹੋ ਗਏ, ਅੱਗੇ ਤੋਂ ਮਾੜੇ ਕਰਮ ਕੀਤੇ ਨਹੀਂ, ਸ਼ੁਭ ਕਰਮ ਹੋ ਗਏ, ਆਪੇ ਬੰਦਾ ਸੁਖੀ ਹੋ ਗਿਆ, ਨਾਲੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ ਵੀ ਨਾਮ ਜਪਿਆ। ਇਹ ਤਾਂ ਅਸੀਂ ਨਾਮ ਜਪਣਾ ਹੈ ਕਿਉਂਕਿ ਸਾਫ ਹੀ ਨਾ ਕਹਤਾ ਵੀ ਕਿਸੇ ਦਿਸ਼ਾ ਚਲੇ ਜਾਓ ਤੇ ਸਦਾ ਨਹੀਂ ਰਹਿ ਸਕਦੇ, ਸਦਾ ਨਹੀਂ ਰਹਿ ਸਕਦੇ। ਇੱਥੋਂ ਜਾਣਾ ਹੀ ਜਾਣਾ ਹੈ। ਜਿਵੇਂ ਪੱਤੇ ਸਮਾਂ ਪਾ ਕੇ ਝੜ ਗਏ ਨੇ, ਇਹ ਇਨਸਾਨ ਤੂੰ ਵੀ ਸਮਾਂ ਪਾ ਕੇ ਸੰਸਾਰ ਤੋਂ ਜਾਣਾ ਹੀ ਜਾਣਾ ਹੈ। ਮੌਤ ਯਾਦ ਕਰਾਈ ਹੈ ਕਿ ਮਨੁੱਖ ਨੂੰ ਮੌਤ ਯਾਦ ਰਹੇ, ਫਿਰ ਇਹਨੂੰ ਜੀਵਨ ਦਾ ਉਦੇਸ਼ ਯਾਦ ਆਵੇਗਾ ਕਿ ਮੇਰਾ ਸਮਾਂ ਥੋੜ੍ਹਾ ਹੈ ਅਤੇ ਮੈਂ ਭਜਨ ਬੰਦਗੀ ਕਰਨੀ, ਮੈਂ ਭਜਨ ਬੰਦਗੀ ਕਰਨ ਆਇਆ ਹਾਂ। ਜਦੋਂ ਉਦੇਸ਼ ਯਾਦ ਰਹੇਗਾ ਬੰਦਾ ਫਿਰ ਲੱਗਾ ਰਹਿੰਦਾ ਹੈ। ਜਿਉਂ ਹੀ ਸਾਨੂੰ ਉਦੇਸ਼ ਭੁੱਲਦਾ ਕਿ 1 ਘੰਟੇ ਭਜਨ ਬੰਦਗੀ ਨਹੀਂ ਹੁੰਦੀ, ਜਿਉਂ ਹੀ ਯਾਦ ਆਉਂਦਾ ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋਡ ਪਸਾਰ। ਇੱਕ ਵਾਰ ਮੈਂ ਲੱਤਾਂ ਲੰਮੀਆਂ ਕਰਕੇ ਪਿਆ, ਅਜੇ ਜਾਗਦਾ ਸੀ, ਅਚਾਨਕ ਮੈਨੂੰ ਲਾਈਨ ਯਾਦ ਆ ਗਈ, ਮੈਂ ਆਪਣੀ ਲੱਤਾਂ ਇਕੱਠੀਆਂ ਕਰ ਲਈ, ਬੈਠਾ ਹੋ ਗਿਆ। ਵੀ ਜਾਵਣ ਸੇ ਇੱਕ ਦਿਨ ਫਿਰ ਜਦੋਂ ਮਰੇਗਾ, ਉਹ ਤਾਂ ਕਬਰਾਂ ਵਾਲਿਆਂ ਲਈ ਕਿਹਾ ਨਾ ਹੋਈਦੇ ਵੀ ਹਾਂ ਫਿਰ ਲੰਮੀਆਂ ਲੱਤਾਂ ਕਰਕੇ ਪਿਆ ਰਹੇਗਾ ਸਦੀਆਂ ਤੱਕ। ਵੀ ਭਾਈ ਤੂੰ ਲੰਮੀਆਂ ਲੱਤਾਂ ਨਸਾਲ ਕੇ ਲੱਤਾਂ ਤੋਂ ਪਾਵੇ, ਬੇਫਿਕਰ ਹੋ ਕੇ, ਬੇਫਿਕਰ ਹੋ ਕੇ ਤੂੰ ਪਿਆ ਵੀ ਤੂੰ ਆਪਣੀ ਚਿੰਤਾ ਕਰ ਵੀ ਮੈਂ ਇਸ ਸੰਸਾਰ ਤੋਂ ਜਾਣਾ, ਭਜਨ ਬੰਦਗੀ ਕਰਨੀ ਹੈ, ਥੋੜ੍ਹਾ ਸਮਾਂ ਰਹਿ ਗਿਆ, ਪਏ ਤਾਂ ਇੱਕ ਦਿਨ ਧਰਤੀ 'ਚ ਰਹਿਣਾ ਹੀ ਰਹਿਣਾ। ਅੱਗੇ ਫਰੀਦ ਸਾਹਿਬ ਕਹਿੰਦੇ, ਫਰੀਦਾ ਪਾੜ ਪਟੋਲਾ ਧਾਜ ਕਰੀ, ਰਾਰਣ ਬਿਹਾਰੀ ਬਿੰਦੀ ਕਰੀ, ਕੰਬਲੜੀ ਪਹਿਰਿਓ ਊੜੇ ਨੂੰ ਬਿੰਦੀ। ਫਰੀਦਾ ਪਾੜ ਪਟੋਲਾ ਧਾਜ ਕਰੀ, ਕੰਬਲੜੀ ਪਹਿਰਿਓ, ਜਿੰਨੀ ਵੇਸੀ ਸੱਸੇ ਨੂੰ ਬਿਹਾਰੀ ਬਿੰਦੀ, ਜਿੰਨੀ ਵੇਸੀ ਸ਼ਹਿ ਮਿਲੇ। ਕਿਉਂਕਿ ਜੇ ਤੁਸੀਂ 100 ਪੜ੍ਹੋਗੇ ਜਾਂ 100 ਪੜ੍ਹੋਗੇ, ਇਹ ਹੁੰਦਾ ਪਰਮਾਤਮਾ ਜਾਂ ਪਤੀ। ਪਰਮਾਤਮਾ ਅਤੇ ਪਤੀ ਦੋਨੋਂ ਨਾਮ ਨੇ। ਨਾਮ ਦੇ ਹੇਠਾਂ ਹਾਹੇ ਨੂੰ ਔਂਕੜ ਨਹੀਂ ਬੋਲਦਾ। ਜਿਹੜਾ ਸ਼ਬਦ ਨਾਮ ਹੁੰਦਾ ਹੈ ਉਹ ਹਾਹੇ ਨੂੰ ਲੱਗਿਆ ਹੋਇਆ ਔਂਕੜ ਅਤੇ ਸਿਹਾਰੀ ਨਹੀਂ ਬੋਲਦੇ। ਹੁਣ ਨਿਯਮ ਅਨੁਸਾਰ ਹਾਹੇ ਨੂੰ ਸਿਹਾਰੀ ਨਹੀਂ ਹਾਹੇ ਨੂੰ ਔਂਕੜ ਨਹੀਂ ਬੋਲਿਆ ਜਾ ਸਕਦਾ। ਬਾਕੀ ਰਹਿ ਗਿਆ ਸਹਿ। ਜੇ ਸਹਿ ਬੋਲੋਗੇ ਤਾਂ ਹੁੰਦਾ ਸਹਿਨ ਕਰਨਾ, ਵੀ ਉਹ ਬੜੇ ਦੁੱਖ ਸਹਿ ਰਿਹਾ ਹੈ। ਇਹ ਹਿੰਦੀ ਦਾ ਸ਼ਬਦ ਹੈ, ਇਹਦਾ ਉਚਾਰਨ ਹੈ ਸ਼ਹਿ, ਸੱਸੇ ਦੇ ਪੈਰ 'ਚ ਬਿੰਦੀ, ਉੱਪਰ ਦੁਲਾਵਾਂ ਹੈ। ਜਿੰਨੀ ਵੇਸੀ ਸ਼ਹਿ ਮਿਲੇ,
ਸੇਈ ਵੇਸ ਕਰਿਉ, ਕਰਿਉ ਊੜੇ ਨੂੰ ਬਿੰਦੇ। ਪਾੜ ਮੈਨੇ ਪਾੜ ਦੇ ਕੇ ਜਿਵੇਂ ਕੱਪੜਾ ਪਾੜ ਦੇਣਾ। ਪਟੋਲਾ, ਪਟੋਲਾ ਰੇਸ਼ਮ ਨੂੰ ਕਹਿੰਦੇ ਨੇ, ਪੱਟ ਰੇਸ਼ਮ ਨੂੰ ਕਹਿੰਦੇ ਨੇ। ਰੇਸ਼ਮੀ ਕੱਪੜਾ ਹੈ, ਫਿਰ ਤਾਂ ਮਤਲਬ ਅਮੀਰੀ ਹੈ ਨਾ। ਰੇਸ਼ਮ ਮਹਿੰਗਾ ਕੱਪੜਾ ਹੁੰਦਾ ਹੈ, ਇਹ ਆਮ ਲੋਕਾਂ ਦੇ ਪਾਉਣ ਲਈ ਨਹੀਂ ਹੁੰਦਾ। ਜੇ ਮੈਨੂੰ ਯਾਦ ਹੈ, ਮੈਂ ਕਰਨਾਲੋਂ 1963 ਦੇ ਵਿੱਚ ਤਿੱਲੇ ਵਾਲੀ ਜੁੱਤੀ ਲਈ 70 ਰੁਪਈਏ ਦੀ। ਉਦੋਂ 4 ਰੁਪਏ ਮੇਰੀ ਰੋਜ਼ ਦੀ ਤਨਖਾਹ ਸੀ ਅਤੇ 70 ਰੁਪਏ ਦੀ ਜੁੱਤੀ ਆਈ 2 ਦਿਨ ਦੀ ਤਨਖਾਹ 'ਚ। ਉਹ 13ਵੇਂ ਦਿਨ ਟੁੱਟ ਗਈ। ਉਹ ਕੁਦੇ 15ਵੇਂ ਦਿਨ ਮੈਂ ਵਾਪਸ ਆਇਆ ਅਤੇ ਮੈਂ ਦੁਕਾਨ 'ਤੇ ਚਲਿਆ। ਮੈਂ ਜੀ ਤੁਹਾਡੀ ਜੁੱਤੀ ਟੁੱਟ ਵੀ ਗਈ ਹੈ। ਕਹਿੰਦੇ ਕਿੰਨੇ ਦਿਨਾਂ ਬਾਅਦ ਟੁੱਟੀ ਹੈ? ਮੈਂ 13 ਦਿਨਾਂ ਬਾਅਦ। ਕਹਿੰਦੇ ਤੇ ਭਾਗਾਂ ਵਾਲਿਓ। ਮੈਂ ਕਿਉਂ? ਕਹਿੰਦੇ ਤੇ ਇੱਕੋ ਦਿਨ ਲਈ ਸੀ। ਇਹ ਤਾਂ ਵਿਆਹ 'ਚ ਪਾਉਣ ਲਈ ਹੁੰਦੀ ਹੈ ਜੀ, ਬਸ ਇੱਕ ਦਿਨ ਹੀ ਹੁੰਦੀ ਹੈ, ਤੂੰ ਤਾਂ ਫਿਰ ਵੀ 13 ਦਿਨ ਕੱਢ ਲੈਣ। ਕਸ਼ਮੀਰ ਮੈਂ ਗਿਆ 1974 'ਚ, ਉੱਥੇ ਰੇਸ਼ਮ ਪ੍ਰਸਿੱਧ ਹੈ। ਮੈਂ ਚੱਲ ਭੈਣ ਲਈ ਇੱਕ ਸੂਟ ਹੀ ਲੈ ਜਾ ਰੇਸ਼ਮ ਦਾ। ਉਹਨੇ ਦੇਖਿਆ ਵੀ, ਕਹਿੰਦੇ ਤੁਸੀਂ ਕਿੱਥੋਂ ਆਏ ਹੋ? ਅਸੀਂ ਕਿਹਾ ਪੰਜਾਬ ਤੋਂ ਆਏ। ਉਹ ਕੁਦਰਤੀ ਸਰਦਾਰ ਹੀ ਸੀ ਦੁਕਾਨਦਾਰ। ਕਹਿੰਦਾ ਦੇਖੋ ਜੀ, ਅਸੀਂ ਤਾਂ ਕੱਪੜਾ ਵੇਚਣਾ। ਪਹਿਲਾਂ ਦੱਸੋ ਤੁਹਾਡੀ ਭੈਣ ਕਿ ਪਿੰਡ 'ਚ ਰਹਿੰਦੀ, ਸ਼ਹਿਰ 'ਚ ਰਹਿੰਦੀ? ਮੈਂ ਪਿੰਡ 'ਚ ਰਹਿੰਦੀ ਹੈ। ਫਿਰ ਨਹੀਂ ਕਦੇ ਖਰੀਦਣਾ। ਇਹ ਧੋਣ ਵਾਲਾ ਕੱਪੜਾ ਨਹੀਂ ਹੁੰਦਾ, ਇਹ ਡਰਾਈ ਕਲੀਨ ਵਾਲਾ ਹੁੰਦਾ। ਇੱਕ ਵਾਰੀ ਪਾ ਕੇ ਬੈਠੋਗੇ ਇਹਨੂੰ ਵੱਟ ਪੈ ਜਾਂਦੇ ਨੇ, ਇਹਨੂੰ ਵੱਟ ਪੈ ਜਾਂਦੇ ਨੇ। ਇਹ ਤਾਂ ਐਵੇਂ ਅਮੀਰਾਂ ਦੇ ਚੋਚਲੇ ਹੁੰਦੇ ਨੇ ਜੀ, ਉਹਨੇ ਇੱਕ ਅੱਧਾ ਦਿਨ ਪਾਉਣਾ ਹੁੰਦਾ। ਜਿਵੇਂ ਆਹ ਲਹਿੰਗਾ ਹੈ, ਦੇਖੋ ਇੱਕੋ ਦਿਨ ਹੀ ਪਾਉਂਦੇ ਨਾ। ਇੱਕੋ ਦਿਨ ਲਈ ਇੰਨੇ ਪੈਸੇ ਖਰਚਣਾ ਮੂਰਖਤਾ ਹੈ। ਇਹਨੂੰ ਕਹਿੰਦੇ ਮੂਰਖ। ਜਿਹੜਾ ਸੁਣਨ ਪਾ ਮੇਰਾ ਨਾਰਾਜ਼ ਹੋ ਜਾਏ। ਜੇ ਤੁਹਾਨੂੰ ਇੰਨਾ ਹੀ ਚੰਗਾ ਲੱਗਦਾ ਫਿਰ ਰੋਜ਼ ਪਾਓ ਉਸ ਨੂੰ, ਫਿਰ ਮੁੜ ਕੇ ਕਿਉਂ ਨਹੀਂ ਪਾਉਂਦੇ? ਜੇ ਵਾਕਈ ਚੰਗਾ ਲੱਗਦਾ ਤੁਹਾਨੂੰ ਫਿਰ ਰੋਜ਼ ਪਾਓ, ਮੁੜ ਕੇ ਨਹੀਂ ਕੋਈ ਪਾਉਂਦੇ। ਅਤੇ ਫਿਰ ਇੱਕ ਦਿਨ ਲਈ ਤਾਂ ਮੂਰਖ ਦੇ ਨਾ ਇੰਨੇ ਪੈਸੇ ਖਰਚਾ ਕਰਨਾ। ਉਹਨੇ ਸਮਝਾਇਆ ਵੀ ਇਹਦਾ ਸਰਦਾਰ ਜੀ ਤੁਹਾਨੂੰ ਕੋਈ ਫਾਇਦਾ ਨਹੀਂ ਹੋਏਗਾ। ਹਾਂ, ਇਹ ਨਾ ਲੈ ਕੇ ਜਾਓ। ਅੱਜ ਟੈਰੀ ਕੋਟ ਉਦੋਂ ਹੁੰਦੀ ਸੀ, ਇਹ ਲੈ ਜਿਹਨੂੰ ਵੱਟ ਨਹੀਂ ਪੈਣਗੇ, ਆਪਣੇ ਧੋ ਲਿਆ ਕਰੋ। ਸੋ ਪਟੋਲਾ ਰੇਸ਼ਮੀ ਕੱਪੜਾ ਮਹਿੰਗਾ ਹੁੰਦਾ। ਫਰੀਦਾ ਪਾੜ ਪਟੋਲਾ ਧੱਜ ਕਰੀ, ਧੱਜ ਕਰਨੀ ਹੁੰਦਾ ਮੈਂ ਆਲਾ ਉਹਨੇ ਧੱਜੀਆਂ ਉਡਾਤੀਆਂ। ਭਾਵ ਲੀਰਾਂ ਲੀਰਾਂ ਕਿਸੇ ਚੀਜ਼ ਨੂੰ ਕਰ ਦੇਣਾ, ਟੋਟੇ ਟੋਟੇ ਕਰ ਦੇਣਾ। ਉਹਨੂੰ ਕਹਿੰਦੇ ਧੱਜ ਕਰੀ। ਜੇ ਮੈਂ ਰੇਸ਼ਮੀ ਪਹਿਰਾਵਾ ਜਿਹੜਾ ਮੇਰੇ ਉੱਤੇ ਪਾਇਆ, ਫਰੀਦ ਸਾਹਿਬ ਕਹਿੰਦੇ ਇਹਨੂੰ ਪਾੜ ਕੇ ਮੈਂ ਲੀਰਾਂ ਲੀਰਾਂ ਕਰਦੇ ਹਾਂ, ਕੰਬਲੜੀ ਪਹਿਰੇਊ, ਅਤੇ ਇਸ ਰੇਸ਼ਮੀ ਕੱਪੜੇ ਥਾਂ 'ਤੇ ਮੈਂ ਸਧਾਰਨ ਇੱਕ ਕੰਬਲ ਲੈ ਲਾਂ। ਜਿੰਨੀ ਵੇਸੀ ਸ਼ਹਿ ਮਿਲੇ, ਜਿਸ ਪਹਿਰਾਵੇ ਨਾਲ ਵੀ, ਜਿੰਨਾ ਕੱਪੜੇ ਨਾਲ ਵੀ ਮੇਰਾ ਪ੍ਰਭੂ ਪਤੀ ਮਿਲੇ ਨਾ, ਸੇਈ ਵੇਸ ਕਰਿਓ, ਮੈਂ ਤਾਂ ਉਹੀ ਪਹਿਰਾਵਾ ਧਾਰਨ ਕਰਾਂਗੇ ਜਿਸ ਪਹਿਰਾਵੇ ਨਾਲ ਮਿਲਦਾ। ਕਈਆਂ ਦਾ ਖਿਆਲ ਹੈ ਕਿ ਮਹਿੰਗੇ ਕੱਪੜਿਆਂ ਨਾਲ ਰੱਬ ਨਹੀਂ ਮਿਲਦਾ, ਸਧਾਰਨ ਕੱਪੜਿਆਂ ਨਾਲ ਮਿਲਦਾ ਹੈ। ਸਿੱਖ ਧਰਮ ਇਸ ਗੱਲ ਨਾਲ ਸਹਿਮਤ ਨਹੀਂ ਹੈ। ਸਿੱਖ ਧਰਮ ਕਹਿੰਦਾ ਵੀ ਕੱਪੜਿਆਂ ਨਾਲ ਰੱਬ ਦਾ ਕੋਈ ਲੈਣਾ ਦੇਣਾ ਨਹੀਂ ਹੈ। ਕੱਪੜਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਤੁਸੀਂ ਕਿਹੋ ਜਿਹੇ ਕੱਪੜੇ ਪਾਏ ਨੇ, ਇਸ ਨਾਲ ਕੋਈ ਨਹੀਂ ਹੈਗਾ। ਤੁਸੀਂ ਅਮੀਰ ਹੋ, ਵਧੀਆ ਪਾ ਲਓ, ਨਹੀਂ ਪਾਏ ਅਮੀਰ, ਗਰੀਬਾਂ ਵਾਲੇ ਕੱਪੜੇ ਪਾ ਲਓ। ਪਰ ਜੇ ਅਸੀਂ ਇਹ ਸੋਚੀਏ ਵੀ ਹਾਂ ਲੀਰਾਂ ਪਤੀਰਾਂ ਪਾ ਕੇ ਰੱਬ ਮਿਲੇਗਾ ਅਤੇ ਰੇਸ਼ਮੀ ਕੱਪੜਾ ਨਹੀਂ ਮਿਲੇਗਾ, ਇਹ ਸਿੱਖ ਧਰਮ ਦੇ ਅਨੁਸਾਰ ਇਹ ਸੋਚ ਨਹੀਂ ਹੈ। ਤਾਂ ਤੀਸਰੇ ਪਾਤਸ਼ਾਹ ਨੇ ਸੋਚਿਆ ਵੀ ਕਿਤੇ ਸਿੱਖਾਂ ਨੂੰ ਭੁਲੇਖਾ ਨਾ ਪੈ ਜੇ ਵੀ ਰੱਬ ਸ਼ਾਇਦ ਰੇਸ਼ਮੀ ਕੱਪੜਿਆਂ ਨਾਲ ਨਹੀਂ ਮਿਲਦਾ, ਇਹ ਜਿਹੜਾ ਹੈ ਸਧਾਰਨ ਕੱਪੜਿਆਂ ਨਾਲ ਮਿਲਦਾ, ਕਿਤੇ ਇਹ ਵੀ ਚਾਹੀਦੇ ਕੱਪੜੇ ਨਾ ਛੱਡ ਜਾਣ। ਨਹੀਂ, ਅੱਗੇ ਤੀਸਰੇ ਪਾਤਸ਼ਾਹ ਇਸ ਗੱਲ ਨੂੰ ਕਲੀਅਰ ਕਰ ਰਹੇ। ਮਹਿਲਾ ਤੀਜਾ, ਮਹਿਲਾ ਦਾ ਮਤਲਬ ਗੁਰੂ। ਮਹਿਲਾ ਜਿਹੜਾ ਸ਼ਬਦ ਹੈ ਸਿਰਫ ਅਤੇ ਸਿਰਫ ਪਰਮਾਤਮਾ ਲਈ ਵਰਤਿਆ ਗਿਆ ਗੁਰਬਾਣੀ, ਹੋਰ ਕਿਸੇ ਲਈ ਨਹੀਂ ਹੈ। ਇਸ ਲਈ ਮਹੱਲਾ ਤੀਜਾ ਕਹੋ ਚਾਹੇ ਮਹਿਲਾ ਤੀਜਾ ਕਰੋ, ਮਹਿਲਾ ਮਹੱਲਾ ਦਾ ਮਤਲਬ ਹੈ ਗੁਰੂ। ਮਹਿਲਾ ਤੀਜਾ ਤੀਸਰੇ ਪਾਤਸ਼ਾਹ। ਉਹ ਕਹਿੰਦੇ ਨੇ ਕਾਏ ਪਟੋਲਾ ਪਾੜਤੀ, ਕੰਬਲੜੀ ਪਹਿਰੇ
ਨਾਨਕ ਘਰ ਹੀ ਬੈਠਿਆਂ ਸ਼ਹਿ ਮਿਲੈ, ਜੇ ਨੀਅਤ ਰਾਸ ਕਰੇ। ਕਹਿੰਦੇ ਤੂੰ ਰੇਸ਼ਮੀ ਕੱਪੜੇ ਕਿਉਂ ਪਾੜਦੀ, ਕਿਉਂ ਕੰਬਲੜੀ ਪਾਉਣੀ ਹੈ? ਨਾਨਕ ਘਰ ਹੀ ਬੈਠਿਆਂ ਸ਼ਹਿ ਮਿਲੇ। ਬਾਹਰ ਜਾਣ ਦੀ ਵੀ ਲੋੜ ਨਹੀਂ, ਜੰਗਲਾਂ 'ਚ ਜਾਣ ਦੀ ਵੀ ਲੋੜ ਨਹੀਂ, ਘਰ ਬੈਠਿਆਂ ਹੀ ਪਰਮਾਤਮਾ ਮਿਲ ਸਕਦਾ ਜੇ ਨੀਅਤ ਰਾਸ ਕਰੇ, ਜੇ ਮਨ ਸਾਫ਼ ਕਰ ਲੈ। ਹਾਲਾਂਕਿ ਕਦੇ ਨੀਅਤ ਠੀਕ ਨਹੀਂ ਹੈ, ਮਨ 'ਚ ਖੋਟ ਹੈ। ਮਨ ਨੂੰ ਸਾਫ਼ ਕਰਨਾ, ਕਿ ਜੇ ਮਨੁੱਖ ਆਪਣੀ ਨੀਅਤ ਠੀਕ ਕਰ ਲਏ, ਮਨ ਨੂੰ ਸਾਫ਼ ਕਰ ਲਏ, ਉਹ ਘਰ ਬੈਠੇ ਹੀ ਪਰਮਾਤਮਾ ਮਿਲ ਸਕਦਾ ਹੈ। ਬਾਹਰ ਜਾਣ ਦੀ ਵੀ ਲੋੜ ਨਹੀਂ, ਅਤੇ ਰੇਸ਼ਮੀ ਕੱਪੜੇ ਪਾੜਨ ਦੀ ਵੀ ਲੋੜ ਨਹੀਂ, ਅਤੇ ਸਧਾਰਨ ਕੱਪੜੇ ਪਹਿਨਣ ਦੀ ਲੋੜ ਨਹੀਂ। ਗੱਲ ਤਾਂ ਨੀਅਤ ਰਸ ਕਰਨ ਦੀ ਹੈ, ਗੱਲ ਤਾਂ ਅੰਦਰੋਂ ਵਧੀਆ ਹੋਣ ਦੀ ਹੈ। ਜਿੰਨਾ ਚਿਰ ਮਨੁੱਖ ਅੰਦਰੋਂ ਵਧੀਆ ਨਹੀਂ, ਉਹਨਾਂ ਚਿਰ ਇਸ ਨੂੰ ਪਰਮਾਤਮਾ ਨਹੀਂ ਮਿਲਦਾ ਹੈ। ਮਨ 'ਚ ਖੋਟ ਹੈ, ਤਾਂ ਹੀ ਕਹਿੰਦੇ ਗੁਰ ਪੀਰ ਹਮ ਤਾਂ ਭਰੈ, ਜਾਂ ਮੁਰਦਾਰ ਨਾ ਖਾਏ। ਗੁਰੂ ਪੀਰ ਵੀ ਸਾਡੀ ਹਾਮੀ ਉਦੋਂ ਹੀ ਭਰਨਗੇ ਜਦੋਂ ਅਸੀਂ ਹਰਾਮ ਦੀ ਕਮਾਈ ਨਹੀਂ ਖਾਵਾਂਗੇ। ਜਿਹਦੀ ਕਮਾਈ ਹੀ ਠੀਕ ਨਹੀਂ, ਉਹ ਭਾਵੇਂ ਗੁਰਦੁਆਰੇ ਡੰਡੌਤਾਂ ਕਰਦਾ ਫਿਰੇ, ਉਹਨੂੰ ਰੱਬ ਨਹੀਂ ਮਿਲਦਾ। ਰੱਬ ਕਹਿੰਦਾ ਪਹਿਲਾਂ ਤੂੰ ਆਪਣੀ ਕਮਾਈ ਨੂੰ ਠੀਕ ਕਰ, ਤੂੰ ਆਪਣੀ ਨੀਅਤ ਨੂੰ ਠੀਕ ਕਰ, ਇਸ 'ਚ ਤੂੰ ਖੋਟ ਕੱਢ, ਇਸ 'ਚ ਧੋਖੇਬਾਜ਼ੀ ਤੂੰ ਕੱਢ, ਆਪਣੇ ਆਪ ਨੂੰ ਸਹੀ ਕਰ। ਸੋ ਕੱਪੜੇ ਪਾੜਨ ਨਾਲ ਜਾਂ ਬਦਲਣ ਨਾਲ ਨਹੀਂ ਕੋਈ ਫਰਕ ਪੈਂਦਾ। ਰੱਬ ਤੇ ਤਾਂ ਮਿਲਦਾ ਜੇ ਮਨੁੱਖ ਦਾ ਮਨ ਸਾਫ਼ ਹੋ ਜਾਏ, ਅਤੇ ਮਨ ਦੋ ਚੀਜ਼ਾਂ ਨਾਲ ਹੀ ਸਾਫ਼ ਹੋਇਆ ਕਰਦਾ। ਇੱਕ ਤਾਂ ਮਾੜੇ ਸੋਚ, ਮਾੜੇ ਕੰਮ ਛੱਡ ਦੇ, ਅਤੇ ਦੂਜਾ ਨਾਮ ਜਪੇ। ਕਿਉਂਕਿ ਤੁਸੀਂ ਦੇਖਿਆ ਹੋਣਾ, ਤੁਸੀਂ ਮਾਂਜਾ ਫੇਰਿਆ, ਝਾੜੂ ਫੇਰਿਆ ਰਸਤੇ, ਫਿਰ ਪੋਚਾ ਫੇਰ ਦਿਓ। ਜੇ ਝਾੜੂ ਹੀ ਫੇਰ ਲਿਆ, ਫਿਰ ਪੋਚੇ ਦੀ ਕੀ ਲੋੜ ਹੈ ਨਾ ਕੋਈ ਗੱਲ। ਝਾੜੂ ਦੇ ਨਾਲ ਤਾਂ ਠੀਕ ਹੈ, ਉੱਪਰਲੀ ਮਿੱਟੀ ਲੱਗ ਗਈ, ਪਰ ਹੁਣ ਜਿਹੜੀ ਫਰਸ਼ ਦੇ ਨਾਲ ਥੋੜ੍ਹੀ ਬਹੁਤੀ ਮੈਲ ਲੱਗੀ ਹੈ, ਉਹ ਤਾਂ ਪੋਚੇ ਨਾਲ ਹੀ ਲਹੇਗੀ ਨਾ। ਅਸੀਂ ਅੱਗੇ ਤੋਂ ਮਾੜੇ ਕੰਮ ਕਰਨੇ ਛੱਡਤੇ, ਠੀਕ ਹੈ, ਪਰ ਜਿਹੜੀ ਮਨ ਨੂੰ ਮੈਲ ਪਹਿਲਾਂ ਲੱਗੀ ਹੋਈ ਹੈ, ਉਹ ਤਾਂ ਨਾਮ ਜਪ ਜਪ ਕੇ ਹੀ ਉਹ ਲਹੇਗੀ। ਇਸ ਲਈ ਮਨੁੱਖ ਨੇ ਦੋਨੋਂ ਕੰਮ ਕਰਨੇ ਨੇ, ਮਾੜੇ ਕਰਮ ਛੱਡ ਦੇਣੇ ਨੇ, ਅਤੇ ਨਾਮ ਜਪ ਜਪ ਕੇ ਆਪਣੇ ਮਨ ਨੂੰ ਸਾਫ਼ ਸੁਥਰਾ ਕਰ ਲੈਣਾ। ਫਿਰ ਪਰਮਾਤਮਾ ਕਹੇ ਜਿੱਥੇ ਤੁਸੀਂ ਹੈਗੇ ਉੱਥੇ ਮਿਲ ਪਏਗਾ, ਉੱਥੇ ਮਿਲ ਜਾਏਗਾ। ਇਹ ਨਹੀਂ ਸੋਚਣਾ ਕਿ ਪਰਮਾਤਮਾ ਗੁਰਦੁਆਰੇ ਮਿਲੇਗਾ, ਕਿ ਸਾਨੂੰ ਮੰਦਿਰ 'ਚ ਮਿਲੇਗਾ। ਨੋ, ਅੱਜ ਜਿਨ੍ਹਾਂ ਭਗਤਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਦਰਜ ਹੈ, ਇਹ 'ਚ 16 ਦੇ ਵਿੱਚੋਂ 13-14 ਭਗਤ ਐਸੇ ਸਨ ਜਿਨ੍ਹਾਂ ਮੰਦਿਰ 'ਚ ਹੀ ਨਹੀਂ ਸੀ ਵੜਨ ਦਿੰਦੇ, ਜਿਨ੍ਹਾਂ ਨੂੰ ਮੰਦਿਰ 'ਚ ਹੀ ਨਹੀਂ ਸੀ ਵੜਨ ਦਿੰਦੇ, ਉਹਨਾਂ ਨੂੰ ਬਿਨਾਂ ਮੰਦਿਰ ਗਿਆ ਹੋਇਆ ਵੀ ਰੱਬ ਮਿਲ ਗਿਆ। ਦੇਖਣ ਦੇ ਹੈ ਨਾ। ਇਹ ਨਾ ਸੋਚੋ ਕਿ ਜਿਹੜਾ ਗੁਰਦੁਆਰੇ ਰੋਜ਼ ਜਾਂਦਾ ਉਹਨੂੰ ਰੱਬ ਮਿਲੂਗਾ, ਦੂਜੇ ਨੂੰ ਨਹੀਂ ਮਿਲੇਗਾ। ਇਸ ਭੁਲੇਖੇ 'ਚ ਨਹੀਂ ਰਹਿਣਾ। ਸਾਡੇ ਸਾਹਮਣੇ ਉਦਾਹਰਨਾਂ ਨੇ ਭਗਤਾਂ ਦੀਆਂ। ਅਗਲੇ ਚਲੇ ਗਏ, ਚਲੋ ਮੰਦਿਰ ਵੇਖ ਹੀ ਲਈ। ਕਈ ਵਾਰੀ ਆਪਾਂ ਜਾਂਦੇ ਨਾ, ਹੁਣ ਮੰਨ ਲਓ ਆਪਾਂ ਕਿਸੇ ਮੰਦਿਰ ਚਲੇ, ਯਾਰ ਵੇਖ ਹੀ ਆਈਏ, ਅਤੇ ਅੱਗੋਂ ਸਾਨੂੰ ਕੱਢਦੇ ਨੇ ਵੀ ਚਲੋ ਕਿੱਥੇ ਆ ਗਏ ਤੁਸੀਂ, ਅੰਦਰ ਨਹੀਂ ਵੜ ਸਕਦੇ ਤੁਸੀਂ ਮੰਦਿਰ ਦੇ। ਉਹਨਾਂ ਤਾਂ ਵਿਚਾਰਿਆਂ ਨੂੰ ਨਾ ਕੋਈ ਪੜ੍ਹਾਉਂਦਾ ਸੀ, ਕਿ ਉਹ ਪੰਡਤਾਂ ਨੇ ਉਦੋਂ ਪੜ੍ਹਾਉਣਾ ਹੁੰਦਾ ਸੀ, ਬਾਕੀ ਤਾਂ ਕੋਈ ਹੈ ਨਹੀਂ ਸੀ। ਅਤੇ ਪੰਡਤ ਇਹਨਾਂ ਨੇ ਸ਼ੂਦਰ ਕਹਿ ਕੇ ਪੜ੍ਹਾਉਂਦੇ ਕੋਈ ਨਹੀਂ ਸਨ, ਮੰਦਿਰਾਂ 'ਚ ਵੜਨ ਨਹੀਂ ਸਨ ਦਿੰਦੇ। ਉਹ ਤਾਂ ਵੀ ਪਰਮਾਤਮਾ ਦੀ ਪ੍ਰਾਪਤੀ ਕਰ ਗਏ। ਕਿਉਂ? ਉਹਨਾਂ ਗੁਰਮੰਤਰ ਔਖੇ ਸੌਖੇ ਲੈ ਲਿਆ। ਗੁਰਮੰਤਰ ਵੀ ਕਬੀਰ ਸਾਹਿਬ ਨੂੰ ਨਹੀਂ ਸੀ ਮਿਲਦਾ, ਵੀ ਜੁਲਾ ਹੈ। ਵਿਚਾਰੇ ਜਿਹੜਾ ਉਹਨਾਂ ਸੋਚ ਕੇ ਵੀ ਰਾਮਾਨੰਦ ਜੀ ਉਸ ਵੇਲੇ ਜਿਹੜੇ ਸੀ ਬ੍ਰਹਮ ਗਿਆਨੀ ਸਨ ਬਨਾਰਸ 'ਚ, ਵੀ ਇਹਨੂੰ ਗੁਰੂ ਧਾਰਨ ਕਰਨਾ, ਪਰ ਇਹ ਤਾਂ ਨੀਵੀਆਂ ਜਾਤਾਂ ਵਾਲਿਆਂ ਨੂੰ ਗੁਰਮੰਤਰ ਨਹੀਂ ਦਿੰਦੇ ਹੈਗੇ। ਉਹ ਨਾ ਜਿਹੜੀਆਂ ਪੌੜੀਆਂ ਸਨ ਹੇਠਾਂ ਨਦੀ ਨੂੰ ਉਤਰਦੀਆਂ, ਜਿੱਥੇ ਇਸ਼ਨਾਨ ਕਰਦੇ ਸਨ ਜਾ ਕੇ, ਉਹ ਪੌੜੀ ਦੇ ਵਿੱਚ ਲੇਟ ਗਏ। ਕੁਦਰਤੀ ਅੰਮ੍ਰਿਤ ਵੇਲਾ ਸੀ, ਮੂੰਹ ਹਨੇਰਾ ਸੀ, ਅੱਜ ਦੀ ਤਰ੍ਹਾਂ ਕਿਹੜੇ ਚਾਨਣ ਸਨ। ਰਾਮਾਨੰਦ ਜੀ ਇਸ਼ਨਾਨ ਕਰਨ 'ਚ ਬਾਹਰ ਨਿਕਲੇ ਅਤੇ ਉਹਨਾਂ ਦਾ ਪੈਰ ਜਿਹੜਾ ਹੈ ਕਬੀਰ ਸਾਹਿਬ ਨੂੰ ਵੱਜਾ। ਉਹਨਾਂ ਕਿਹਾ ਵੀ ਕੋਈ ਸੁੱਤਾ ਪਿਆ ਸੀ ਅੰਮ੍ਰਿਤ ਵੇਲੇ। ਕਹਿੰਦੇ ਅਰੇ ਰਾਮ ਕੇ ਉੱਠ, ਰਾਮ ਕਹੋ।
ਬਸ ਗੁਰਮੰਤਰ ਮਿਲ ਗਿਆ ਉਹਨਾਂ ਨੂੰ। ਅਰੇ ਰਾਮ ਕਹੇ ਉੱਠ, ਰਾਮ ਕਹੋ। ਹੁਣ ਤੇ ਕਿਹਾ ਵੀ ਅੰਮ੍ਰਿਤ ਵੇਲਾ ਹੋ ਗਿਆ ਭਾਈ, ਤੂੰ ਉੱਠ, ਰਾਮ ਰਾਮ ਕਰ। ਇਸ ਤਰ੍ਹਾਂ ਦੇ ਵਿਚਾਰਿਆਂ ਨੂੰ ਗੁਰਮੰਤਰ ਮਿਲਿਆ। ਉਹਨਾਂ ਨੂੰ ਬਿਨਾਂ ਕਿਸੇ ਧਾਰਮਿਕ ਸਥਾਨ 'ਤੇ ਜਾਣ ਤੋਂ ਵੀ ਉਹਨਾਂ ਨੂੰ ਪਰਮਾਤਮਾ ਮਿਲ ਗਿਆ। ਸੋ ਪਰਮਾਤਮਾ ਅਤੇ ਸ਼ੁਭ ਕਰਮਾਂ ਨਾਲ ਅਤੇ ਨਾਮ ਜਪਣਾ ਮਿਲਦਾ। ਇਸ ਭੁਲੇਖੇ 'ਚ ਨਹੀਂ ਰਹਿਣਾ ਕਿ ਜਿਹੜੇ ਗੁਰਦੁਆਰੇ ਦੇ ਵਿੱਚ ਰਹਿੰਦੇ ਨੇ। ਸਗੋਂ ਇੰਗਲਿਸ਼ ਵਾਲੇ ਤਾਂ ਕਹਿੰਦੇ ਨੇ ਨੀਅਰਰ ਦਾ ਚਰਚ ਫਾਰਦਰ ਫਰੋਮ ਗੋਡ। ਜਿੰਨਾ ਤੁਸੀਂ ਚਰਚ ਦੇ ਨੇੜੇ ਓਨਾ ਹੀ ਤੁਸੀਂ ਰੱਬ ਤੋਂ ਦੂਰ। ਜਿੰਨਾ ਕੋਈ ਗੁਰੂ ਦੇ ਨੇੜੇ ਉਹਨੇ ਗੁਰੂ ਤੋਂ ਘੱਟ ਡਰਦਾ, ਉਹਨੇ ਘੱਟ ਡਰਦਾ। ਕਿਉਂ? ਉਹ ਰੋਜ਼ ਹੁੰਦਾ ਚਲ, ਕਦੇ ਮੱਥਾ ਟੇਕਦਾ ਕਦੇ ਨਾ ਟੇਕਦਾ, ਆਏ ਉਂਝ ਹੀ ਹੱਥ ਜਿਹੇ ਜੋੜਤੇ। ਜਿਹੜਾ ਕੋਈ ਬਾਹਰੋਂ ਆਊਗਾ ਵਿਚਾਰਾ ਉਹ ਤਾਂ ਡੰਡੌਤ ਵੀ ਕਰ ਸਕਦਾ, ਗੋਡੇ ਵੀ ਟੇਕੇਗਾ। ਵਿੱਚ ਰਹਿਣ ਵਾਲਾ ਉਂਝ ਹੀ ਆਇਆ, ਖੋਲ੍ਹਿਆ ਦਰਵਾਜ਼ਾ, ਬਸ ਇਹ ਕੀਤਾ, ਚਲੋ ਜੀ ਨਿਬੜਿਆ ਗਾ। ਮੈਂ ਕਿਹਾ ਵੀ ਠੀਕ ਹੈ, ਨੀਅਰ ਦਾ ਚਰਚ ਫਰਦਰ ਫਰਮ ਗੋਡ। ਜਿੰਨਾ ਚਰਚ ਦੇ ਨੇੜੇ ਉਨਾ ਹੀ ਰੱਬ ਤੋਂ ਦੂਰ। ਡਰ ਖਤਮ ਹੋ ਜਾਂਦਾ ਹੈ। ਦੂਰ ਵਾਲੇ ਦੇ ਅੰਦਰ ਡਰ ਹੁੰਦਾ। ਪਟਿਆਲੇ ਤੋਂ ਇੱਕ ਗਿਆ ਹਰਿਮੰਦਰ ਸਾਹਿਬ ਦਰਸ਼ਨ ਕਰਨ, ਉਹ ਹੋਰ ਗੱਲ ਹੈ। ਉੱਥੋਂ ਦਾ ਹੀ ਆ ਰਿਹਾ, ਉਹ ਹੋਰ ਗੱਲ ਹੈ, ਹੋਰ ਗੱਲ ਹੈ। ਇੱਥੋਂ ਮੈਂ ਹਜ਼ੂਰ ਸਾਹਿਬ ਜਾਣਾ, ਕਿਰਾਇਆ ਲਾ ਕੇ ਜਾਊਂਗਾ, 5-7 ਦਿਨ ਦੀ ਛੁੱਟੀ ਲੈ ਕੇ ਜਾਊਂਗਾ, ਠੀਕ ਹੈ ਕਿ ਨਹੀਂ। ਆਪਣੇ ਨਾਲ ਸਮਾਨ ਵੀ ਚੱਕ ਕੇ ਲੈ ਕੇ ਜਾਊਂਗਾ, ਤਿਆਰੀ ਕਰਕੇ ਜਾਵਾਂਗਾ। ਮਨ 'ਚ ਸ਼ਰਧਾ ਭਾਵਨਾ ਹੋਏਗੀ ਵੀ ਮੈਂ ਜਾਣਾ। ਬਿਨਾਂ ਸ਼ਰਧਾ ਤੋਂ ਕੌਣ ਜਾਂਦਾ? ਦੂਰੋਂ ਐਡੀ ਦੂਰੋਂ। ਇੱਕ ਉੱਥੋਂ ਹੀ ਆਉਂਦਾ। ਦੋਨੋਂ ਹੀ ਆ ਰਹੇ ਨੇ, ਉਹ ਲੋਕਲ ਵੀ ਅਤੇ ਪਟਿਆਲੇ ਤੋਂ ਜਿਹੜੇ ਗਿਆ ਉਹ ਵੀ। ਅਤੇ ਮੈਂ ਵਿਸ਼ਵਾਸ ਨਾਲ ਕਹਿੰਦਾ ਕਿ ਗੁਰੂ ਮਹਾਰਾਜ ਪਹਿਲਾਂ ਪਟਿਆਲੇ ਵਾਲੇ ਨੂੰ ਮਿਲਣਗੇ। ਯਾਰ 1500 ਕਿਲੋਮੀਟਰ ਤੋਂ ਆਇਆ ਮੈਨੂੰ ਮਿਲਣ, ਇਹਨੂੰ ਮਿਲੀਏ ਪਹਿਲਾਂ। ਆਹ ਤਾਂ ਇੱਥੇ ਹੀ ਰਹਿੰਦਾ, ਇਹਦੇ ਇੱਥੇ ਹੀ ਰਹਿੰਦਾ। ਫਰਕ ਹੁੰਦਾ। ਅੰਦਰ ਸ਼ਰਧਾ ਭਾਵਨਾ ਹੈ, ਉਸ ਨੂੰ ਫਲ ਲੱਗਦੇ ਨੇ ਵੀ ਸਾਡੇ ਗੁਰੂ ਪ੍ਰਤੀ ਕਿਤਨੀ ਸ਼ਰਧਾ ਭਾਵਨਾ ਹੈ। ਸੋ ਤਾਂ ਉਹਨਾਂ ਕਿਹਾ ਕਿ ਭਾਈ ਰੇਸ਼ਮੀ ਕੱਪੜੇ ਪਾੜਨ ਦੀ ਲੋੜ ਨਹੀਂ, ਕੰਬਲੀਆਂ ਪਾਉਣ ਦੀ ਲੋੜ ਨਹੀਂ। ਜਿੱਥੇ ਵੀ ਤੁਸੀਂ ਘਰ 'ਚ ਭਾਵੇਂ ਬੈਠੇ ਹੋਏ ਹੋ, ਆਪਣੀ ਨੀਤ ਰਾਸ ਕਰ ਲਓ, ਆਪਣਾ ਮਨ ਸਾਫ਼ ਕਰ ਲਓ, ਤੁਹਾਨੂੰ ਉੱਤੇ ਹੀ ਪ੍ਰਭੂ ਪਤੀ ਮਿਲ ਜਾਵੇਗਾ। ਅੱਗੇ ਫਿਰ ਮਹਿਲਾ ਪੰਜਵਾਂ। ਫਰੀਦਾ ਗਰਭ ਜਿਨ੍ਹਾਂ ਵਡਿਆਈਆਂ, ਧਨ ਜੋਬਨ ਆਗਾਹ, ਖਾਲੀ ਚੱਲੇ ਧਣੀ ਸਿਉ, ਟਿੱਬੇ ਜਾਂ ਮੀਹਾਹੋਂ। ਇਹ ਮੀਹਾਹੋਂ ਪੜ੍ਹਨਾ, ਮੀਹਾ ਨਹੀਂ ਪੜ੍ਹਨਾ। ਮੀਹਾਹੋਂ ਦਾ ਮਤਲਬ ਮੀਂਹ ਤੋਂ। ਜਦੋਂ ਤੂੰ ਦੇ ਅਰਥ ਹੋਣ, ਉਦੋਂ ਅਖੀਰਲੇ ਅੱਖਰ ਜਿਹੜਾ ਹੈ ਉਸ 'ਤੇ ਟਿੱਪੀ ਲਾ ਕੇ ਬੋਲਣਾ। ਜੇ ਆਪਾਂ ਕਹਿੰਦੇ ਘਰੋਂ, ਸਕੂਲੋਂ, ਦਫਤਰੋਂ, ਘਰੋਂ, ਘਰ ਤੋਂ, ਸਕੂਲੋਂ, ਸਕੂਲ ਤੋਂ, ਦਫਤਰੋਂ, ਦਫਤਰ ਤੋਂ, ਮੀਹਾਹੋਂ, ਮੀਂਹ ਤੋਂ। ਗਰਭ ਹੰਕਾਰ ਨੂੰ ਕਹਿੰਦੇ ਨੇ। ਕਈ ਵਾਰੀ ਮਨੁੱਖ ਦੀ ਵਡਿਆਈ ਹੁੰਦੀ ਹੈ, ਉਹਦੇ ਕੋਲ ਬਹੁਤ ਧਨ ਦੌਲਤ ਹੁੰਦਾ, ਜਵਾਨੀ ਹੁੰਦੀ ਹੈ, ਅਗਾਹ ਮੈਨੇ ਬੇਅੰਤ ਵਡਿਆਈਆਂ ਹੁੰਦੀਆਂ ਨੇ। ਉਹ ਫਿਰ ਹੰਕਾਰ ਪੈਦਾ ਕਰਦੀਆਂ ਨੇ। ਉਹ ਹੰਕਾਰ ਪੈਦਾ ਕਰਦੇ। ਮਨੁੱਖ ਸਮਝਦਾ ਵੀ ਜਿਹੜੀ ਮੇਰੀ ਵਡਿਆਈ ਹੋ ਰਹੀ ਹੈ ਮੇਰੇ ਆਪਣੇ ਕਾਰਨ ਹੈ। ਇਹ ਭੁਲੇਖਾ ਰਹਿ ਜਾਂਦਾ। ਧਨ ਪਰਮਾਤਮਾ ਨੇ ਦਿੱਤਾ ਹੁੰਦਾ। ਜੇ ਸਾਡੇ ਵੱਸ 'ਚ ਹੋਵੇ ਅਸੀਂ ਸਾਰੇ ਅਮੀਰ ਹੋ ਜਾਈਏ, ਅਸੀਂ ਸਾਰੇ ਅੰਬਾਨੀ ਅਡਾਨੀ ਹੋ ਜਾਈਏ। ਉਹਨਾਂ 2 ਬੰਦਿਆਂ ਨੇ ਭਾਰਤੀ ਸਰਕਾਰ ਹੀ ਖਰੀਦ ਲਈ, ਨਿਬੜਿਆ ਕੰਮ। ਮਾਇਆ 'ਚ ਇੰਨੀ ਤਾਕਤ ਅਗਲਾ, ਹਾਂ ਸਰਕਾਰ ਖਰੀਦ ਲਈ, ਦੇਸ਼ ਆਪੇ ਹੀ ਖਰੀਦੇਗਾ ਨਾ ਆਟੋਮੈਟਿਕਲੀ। ਭਾਈ ਜੋ ਰੌਲਾ ਹੁਣ ਲੱਖਾਂ ਦੀ ਤਾਦਾਦ ਜਾ ਕੇ, ਹਾਂ 2 ਬੰਦਿਆਂ ਨੇ ਖਰੀਦ ਲਿਆ। ਸੋ ਜੇ ਬੰਦੇ ਦੇ ਵੱਸ 'ਚ ਹੋਵੇ ਅਮੀਰ ਹੋਣਾ ਜੇ, ਤਾਂ ਫਿਰ ਤਾਂ ਅਸੀਂ ਸਾਰੇ ਦੇ ਸਾਰੇ ਅਮੀਰ ਹੋ ਜਾਈਏ। ਅਮੀਰੀ ਪਰਮਾਤਮਾ ਦਿੰਦਾ, ਜਵਾਨੀ ਵੀ ਉਹੀ ਦਿੰਦਾ। ਜੇ ਕਿਸੇ ਨੂੰ ਸੋਹਣਾ ਸਰੀਰ ਮਿਲੇ, ਇਹ ਨਾ ਕੋਈ ਉਹਦੇ ਕਾਰਨ ਹੈ, ਇਹ ਤਾਂ ਪਰਮਾਤਮਾ ਨੇ ਦਿੱਤਾ।
ਸਰੀਰ ਦੇ ਅੰਗ ਸਾਰੇ ਦਿੱਤੇ ਨੇ, ਸੋਹਣਾ ਸੁਨੱਖਾ ਸਰੀਰ ਦਿੱਤਾ ਹੈ। ਇਸ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਵੀ ਹਾਂ ਸੱਚੇ ਪਾਤਸ਼ਾਹ ਤੇਰੀ ਕਿੰਨੀ ਕਿਰਪਾ ਹੈ, ਤੂੰ ਧਨ ਦੌਲਤ ਦਿੱਤਾ ਹੈ, ਤੂੰ ਸੁੰਦਰਤਾ ਦਿੱਤੀ ਹੈ, ਤੂੰ ਜਵਾਨੀ ਦਿੱਤੀ ਹੈ, ਤੂੰ ਮੇਰੀਆਂ ਵਡਿਆਈਆਂ ਕਰਾ ਰਿਹਾ ਹੈ। ਪਰਮਾਤਮਾ ਦੀ ਕਿਰਪਾ ਨਾਲ ਫਿਰ ਹੰਕਾਰ ਨਹੀਂ ਹੁੰਦਾ। ਨਹੀਂ ਤਾਂ ਮਨੁੱਖ ਜਦੋਂ ਵਡਿਆਈ ਹੁੰਦੀ ਹੈ ਨਾ, ਦੇਖੋ ਅਮੀਰ ਹੈ ਵਡਿਆਈ ਹੋਣੀ ਹੀ ਹੋਣੀ ਹੈ। ਲੋਕ ਚਾਹੇ ਝੂਠੀ ਕਰਨ ਚਾਹੇ ਸੱਚੀ ਕਰਨ, ਅਮੀਰ ਤੋਂ ਕੰਮ ਲੈਣ ਲਈ ਉਹਦੀ ਵਡਿਆਈ ਕਰਦੇ ਨੇ ਕਿ ਨਹੀਂ। ਕੋਈ ਸੁੰਦਰ ਹੈ ਤਾਂ ਵੀ ਅਗਲਾ ਉਹਦੀ ਵਡਿਆਈ ਕਰਦਾ ਹੈ। ਜੇ ਤਾਂ ਕੋਈ ਉਂਝ ਹੈਗਾ ਫਿਰ ਤਾਂ ਕਈਆਂ ਤਾਂ ਈਰਖਾ ਵੀ ਹੋ ਜਾਂਦੀ ਹੈ। ਬਹੁਤਾ ਨਾ ਇਹ ਰਿਸ਼ਤੇਦਾਰਾਂ ਨੂੰ, ਨੇੜੇ ਵਾਲਿਆਂ ਨੂੰ, ਉਹਨਾਂ ਨੂੰ ਈਰਖਾ ਹੁੰਦੀ ਹੈ, ਦੂਰ ਵਾਲਿਆਂ ਨਹੀਂ। ਹੋ ਸਕਦਾ ਅੰਬਾਨੀ ਅਡਾਨੀ ਦੇ ਨਾਲ ਈਰਖਾ ਉਹਨਾਂ ਦੇ ਬਰਾਬਰ ਦੇ ਲੋਕ ਕਰਦੇ ਹੋਣਗੇ, ਅਸੀਂ ਤਾਂ ਨਹੀਂ ਕਰਦੇ। ਗਰੀਬ ਅਮੀਰ ਨਾਲ ਕੋਈ ਈਰਖਾ ਨਹੀਂ ਕਰਦਾ, ਅਮੀਰ ਅਮੀਰ ਨਾਲ ਕਰੂ। ਗਰੀਬ ਦੇ ਵਿੱਚ ਜਿਹੜਾ ਥੋੜ੍ਹਾ ਜਿਹਾ ਅਮੀਰ ਹੋ ਗਿਆ, ਦੂਜਾ ਉਹਦੇ ਨਾਲ ਈਰਖਾ ਕਰੂਗਾ, ਇਹ ਕਰੂਗਾ। ਪਰ ਆਪਾਂ ਬਹੁਤੇ ਅਮੀਰ ਨਾਲ ਆਪਣੀ ਕੋਈ ਈਰਖਾ ਨਹੀਂ। ਆਪਾਂ ਸਾਈਕਲ 'ਤੇ ਜਾ ਰਹੇ ਹਾਂ, ਉਹ 20 ਲੱਖ ਦੀ ਕਾਰ 'ਤੇ ਜਾ ਰਿਹਾ ਹੈ, ਆਪਾਂ ਨੂੰ ਕੋਈ ਈਰਖਾ ਨਹੀਂ ਉਹਦੇ ਨਾਲ, ਜਾ ਰਹੇ ਹਨ। ਇਹਦਾ ਜਿਹੜੇ ਬਰਾਬਰ ਦੇ ਹੁੰਦੇ ਨੇ ਲੋਕ, ਅਤੇ ਥੋੜ੍ਹਾ ਜਿਹਾ ਅੱਗੇ ਹੋ ਗਏ ਉਹਦੇ ਨਾਲ ਈਰਖਾ ਕਰਨ ਲੱਗ ਜਾਂਦੇ ਹਨ। ਨਹੀਂ ਤਾਂ ਬਾਕੀ ਵਡਿਆਈ ਹੀ ਕਰਦੇ ਨੇ ਭਾਈ। ਧਨ ਕਾਰਨ ਵੀ ਵਡਿਆਈ ਹੁੰਦੀ ਹੈ, ਜਵਾਨੀ ਕਾਰਨ ਵੀ ਵਡਿਆਈ ਹੁੰਦੀ ਹੈ। ਵਡਿਆਈਆਂ ਬਹੁਤ ਹੋਣ ਕਾਗਾ ਬੇਅੰਤ ਵਡਿਆਈਆਂ ਹੋਣ ਕਾਰਨ ਮਨੁੱਖ 'ਚੋਂ ਹੰਕਾਰ ਪੈਦਾ ਹੁੰਦਾ। ਜਿਹੜੇ ਹੰਕਾਰੀ ਲੋਕ ਨੇ ਨਾ, ਉਹਨਾਂ ਉਦਾਹਰਨ ਦਿੱਤੀ ਹੈ, ਖਾਲੀ ਚੱਲੇ ਧਣੀ ਸਿਉ। ਧਣੀ ਮਾਲਕ ਨੂੰ ਕਹਿੰਦੇ ਪਰਮਾਤਮਾ। ਉਹ ਪਰਮਾਤਮਾ ਦੇ ਕੋਲੋਂ ਖਾਲੀ ਚਲੇ ਜਾਂਦੇ ਨੇ। ਪਰਮਾਤਮਾ ਦੀ ਉਹਨਾਂ ਨੂੰ ਅਸੀਸ ਨਹੀਂ ਮਿਲਦੀ, ਪਰਮਾਤਮਾ ਦੇ ਦਰ 'ਤੇ ਉਹਨਾਂ 'ਤੇ ਕਿਰਪਾ ਨਹੀਂ ਹੁੰਦੀ, ਕਿਉਂਕਿ ਉਹ ਅੰਦਰੋਂ ਹੰਕਾਰੀ ਨੇ। ਹਰ ਜੀ ਅਹੰਕਾਰ ਨਾ ਭਾਵੇ। ਪਰਮਾਤਮਾ ਨੂੰ ਹੰਕਾਰ ਚੰਗਾ ਨਹੀਂ ਲੱਗਦਾ। ਹੁਣ ਸਵਾਲ ਪੈਦਾ ਵੀ ਕਿਉਂ ਨਹੀਂ ਚੰਗਾ ਲੱਗਦਾ? ਕੀ ਪਰਮਾਤਮਾ ਨੂੰ ਕੋਈ ਈਰਖਾ ਹੈ ਹੰਕਾਰੀ ਨਾਲ? ਹੈ ਉਹ ਕਹਿੰਦਾ ਹੈ ਵੀ ਜਿਸ ਚੀਜ਼ ਦਾ ਇਹ ਹੰਕਾਰ ਕਰ ਰਿਹਾ ਤੇ ਮੈਂ ਇਹਨੂੰ ਦਿੱਤੀ ਹੈ, ਇਹ ਤਾਂ ਅਗਿਆਨੀ ਹੈ। ਮੇਰੀ ਚੀਜ਼ 'ਤੇ ਹੀ ਹੰਕਾਰ ਕਰ ਰਿਹਾ ਹੈ। ਪਰਮਾਤਮਾ ਤਾਂ ਹੈ, ਉਹ ਕਹਿੰਦਾ ਜੇ ਤਾਂ ਤੇਰੀ ਹੋਵੇ ਚਲੋ ਠੀਕ ਹੈ, ਮੇਰੀ ਚੀਜ਼ ਹੈ, ਮੈਂ ਹੰਕਾਰ ਕਰ ਸਕਦਾ। ਚੀਜ਼ ਕਿਸੇ ਦੀ ਹੰਕਾਰ ਮੈਂ ਕਰੀ ਜਾਵਾਂ ਫਿਰ ਹਾਂ ਇਹ ਨਹੀਂ। ਪਰਮਾਤਮਾ ਕਹਿੰਦਾ ਸੁੰਦਰਤਾ ਮੈਂ ਇਹਨੂੰ ਦਿੱਤੀ, ਧਨ ਦੌਲਤ ਮੈਂ ਇਹਨੂੰ ਦਿੱਤਾ ਹੈ, ਵਡਿਆਈ ਇਹਦੀ ਮੈਂ ਕਰਵਾ ਰਿਹਾ ਹਾਂ। ਇਹ ਹੰਕਾਰ ਕਰ ਰਿਹਾ ਪਤਾ ਨਹੀਂ ਮੇਰੇ ਆਪਣੇ ਕਾਰਨ ਹੋ ਰਹੀ ਹੈ। ਇਸ ਲਈ ਪਰਮਾਤਮਾ ਨੂੰ ਹੰਕਾਰ ਚੰਗਾ ਨਹੀਂ ਲੱਗਦਾ। ਸਾਨੂੰ ਕਿਉਂਕਿ ਗਿਆਨ ਨਹੀਂ ਹੈ ਕਿ ਜੋ ਕੁਛ ਸਾਡੇ ਕੋਲ ਹੈ ਪਰਮਾਤਮਾ ਦਿੱਤਾ ਹੋਇਆ ਹੈ। ਸਾਨੂੰ ਇਸ ਦਾ ਗੱਲ ਦਾ ਗਿਆਨ ਨਹੀਂ ਹੈ। ਅਸੀਂ ਆਪਣੀ ਥਾਂ ਦੇ ਬਜਾਏ ਠੀਕ ਹਾਂ ਵੀ ਹਾਂ, ਅਸੀਂ ਕਹਿੰਦੇ ਹਾਂ ਹਾਂਜੀ ਅਸੀਂ ਨੌਕਰੀ ਕੀਤੀ ਜੀ, ਪੈਸੇ ਬਚਾਏ ਜੀ, ਫਿਰ ਘਰ ਪਾਇਆ ਜੀ, ਫਿਰ ਆਹ ਕੀਤਾ, ਫਿਰ ਉਹ ਕੀਤਾ। ਜੇ ਤੁਸੀਂ ਕਿਤੇ 6ਵੀਂ ਅਸ਼ਟਪਦੀ ਪੜ੍ਹ ਲਓ ਸੁਖਮਨੀ ਸਾਹਿਬ ਦੀ, ਅਤੇ ਜੇ ਤੈਨੂੰ ਵਾਕਈ ਗੁਰੂ ਅਰਜਨ ਦੇਵ ਮਹਾਰਾਜ 'ਤੇ ਵਿਸ਼ਵਾਸ ਹੈ, ਕੋਈ ਸੱਚ ਕਹਿੰਦੇ ਨੇ, ਤਾਂ ਫਿਰ ਉੱਤੇ ਕੋਈ ਕਸਰ ਨਹੀਂ ਛੱਡੀ ਉਹਨਾਂ ਨੇ। ਉਹ ਸਭ ਕੁਝ ਲਿਖਦਾ ਹੈ ਕਿ ਜੋ ਕੁਛ ਤੇਰੇ ਕੋਲ ਹੈ ਸਭ ਪਰਮਾਤਮਾ ਨੇ ਦਿੱਤਾ ਹੋਇਆ। ਜੇ ਪ੍ਰਸਾਦ 36 ਅੰਮ੍ਰਿਤ ਖਾਏ, ਕਿ ਜਿਹਦੀ ਕਿਰਪਾ ਨਾਲ 36 ਪ੍ਰਕਾਰ ਦਾ ਭੋਜਨ ਖਾ ਰਹੇ, ਤੇਰਾ ਆਪਣਾ ਨਹੀਂ। ਪਾਠ ਪਟੰਬਰ ਹੰਡਾਹੇ, ਕਿੰਨਾ ਕੁਛ ਉਹ 'ਚ ਲਿਖਿਆ ਹੋਇਆ। ਹੁਣ ਬੜੇ ਧਿਆਨ ਨਾਲ 6ਵੀਂ ਅਸ਼ਟਪਦੀ ਪੜ੍ਹ ਕੇ ਸਮਝ ਜਾਂਦੇ ਵੀ ਉਹ ਮੇਰਾ ਤਾਂ ਆਪਣਾ ਸਰੀਰ ਹੀ ਨਹੀਂ, ਇਹ ਵੀ ਦਾਤੇ ਦਾ ਦਿੱਤਾ ਹੋਇਆ ਹੈ। ਜੋ ਕੁਛ ਵੀ ਹੈ ਇਸ ਗੱਲ ਦਾ ਕਬੀਰ ਸਾਹਿਬ ਨੂੰ ਪਤਾ ਸੀ, ਤਾਂ ਹੀ ਭਗਤ ਬਣੇ ਨਾ, ਤਾਂ ਹੀ ਬਾਣੀ ਦਰਜ ਹੋਈ ਨਾ। ਉਹਨੂੰ ਪਤਾ ਸੀ ਕਿ ਆਪਣੇ ਨਾਲ ਅੱਗ ਲੱਗ ਗਈ। ਹੁਣ ਉਹਨਾਂ ਨੂੰ ਹਰ ਇੱਕ ਚੀਜ਼ ਦੇ ਵਿੱਚ ਭਗਵਾਨ ਦਿਸ ਰਿਹਾ ਹੈ, ਜਾਂ ਆਪਣੇ ਅੱਗ ਲੱਗ ਗਈ ਹੈ। ਲੋਕ ਬੁਝਾਉਣ ਲੱਗੇ ਨੇ। ਕੋਈ ਸਮਾਨ ਜਿਹੜਾ ਥੋੜ੍ਹਾ ਬਹੁਤਾ ਗਰੀਬਾਂ ਕੋਲ ਬਹੁਤਾ ਸਮਾਨ ਵੀ ਕੋਈ ਨਹੀਂ ਹੁੰਦਾ, ਕੱਢ ਰਹੇ ਨੇ। ਕੋਈ ਇੱਕ ਭੱਜਿਆ ਗਿਆ, ਕਬੀਰ ਸਾਹਿਬ ਤੁਹਾਡੀ ਝੌਂਪੜੀ ਅੱਗ ਲੱਗ ਗਈ, ਸਹਿ ਸਵਾ ਰਹੇ ਹੈ। ਉੱਥੋਂ ਭੱਜੇ ਨਹੀਂ, ਸਾਡੇ ਵਰਗੇ ਤਾਂ ਉੱਥੇ ਭੱਜ ਲੈਂਦਾ। ਚਲੋ ਜੀ, ਜਿੰਨਾ ਕੁ ਸਮਾਨ ਬਾਹਰ ਕੱਢਿਆ ਸੀ ਕਬੀਰ ਸਾਹਿਬ ਨੇ ਚੱਕ ਕੇ ਉਹ ਵੀ ਵਿੱਚ ਸੁੱਟਤਾ। ਕਹਿਣ ਲਓ ਭਗਵਾਨ ਜੀ ਆਹ ਵੀ ਲਓ, ਭਗਵਾਨ ਜੀ ਆਹ ਵੀ ਲਓ, ਭਗਵਾਨ ਜੀ ਆਹ ਵੀ ਲਓ। ਸਾਰਾ ਕੁਝ ਚੱਕ ਕੇ ਵਿੱਚ ਸੁੱਟਤਾ, ਸਭ ਕੁਝ ਸੜ ਗਿਆ।
ਝੌਂਪੜੀ ਸੜ ਗਈ, ਸਾਰਾ ਸਮਾਨ ਸੜ ਗਿਆ, ਕੋਈ ਅਫਸੋਸ ਨਹੀਂ। ਲੋਕ ਤਾਂ ਕਹਿੰਦੇ ਪਾਗਲ ਹੈ ਵੀ ਦੇਖੋ ਅਸੀਂ ਇਹਦਾ ਸਮਾਨ ਕੱਢਿਆ, ਇਹ ਵਿੱਚ ਸੁੱਟੀ ਜਾਂਦਾ, ਪਾਗਲ ਹੀ ਕਹਿੰਦੇ ਹੋਣਗੇ ਨਾ। ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ। ਵਿਚਾਰਾਂ 'ਚ ਫਰਕ ਹੁੰਦਾ ਦੋਨਾਂ ਦੀ ਸੋਚ ਵਿੱਚ ਫਰਕ ਹੈ। ਇੱਕ ਸੋਚਦੇ ਨੇ ਇਹ ਕਬੀਰ ਸਾਹਿਬ ਦਾ ਸਮਾਨ ਹੈ, ਸੜ ਜੇਗਾ, ਬਾਹਰ ਕਰ ਲਈਏ। ਕਬੀਰ ਸਾਹਿਬ ਕਹਿੰਦੇ ਇਹ ਝੌਂਪੜੀ ਵੀ ਦਾਤੇ ਦੀ ਹੈ, ਇਹ ਸਮਾਨ ਵੀ ਉਹਦਾ ਹੈ, ਅੱਗ ਵੀ ਉਹਨੇ ਲਾਈ ਹੈ, ਅੱਗ ਵੀ ਉਹੀ ਹੈ, ਚੁੱਕ ਵੀ ਸੁੱਟੀ ਜਾਂਦੇ ਨੇ। ਭਗਵਾਨ ਨੂੰ ਹੋ ਗਿਆ ਵੀ ਵਾਕਈ ਇਹਨੂੰ 100% ਮੇਰੇ 'ਤੇ ਵਿਸ਼ਵਾਸ ਹੈ। ਭਗਵਾਨ ਨੇ ਰਾਤੇ ਰਾਤ ਮਜ਼ਦੂਰ ਮਿਸਤਰੀ ਲਾ ਕੇ ਇਹ ਕਲਾਸ ਛੰਨ ਸਵੇਰ ਨੂੰ ਬਣਾਇਆ। ਛੰਨ ਨਹੀਂ ਸੀ ਉਹਨਾਂ ਕੋਲ, ਪੱਕੀਆਂ ਬਿਲਡਿੰਗਾਂ ਤਾਂ ਹੈ ਨਹੀਂ ਸਨ। ਇਹ ਕਲਾਸ ਛੰਨ ਬਣਾਤੀ ਸਵੇਰੇ। ਗੁਆਂਢਣ ਉੱਠੀ, ਵੇ ਕਬੀਰ ਤੂੰ ਕਦੇ ਬੜੀ ਸੋਹਣੀ ਛੰਨ ਬਣਾ ਲਈ, ਤੂੰ ਮਿਸਤਰੀ ਕਿੱਥੋਂ ਲੈ ਆਇਆ? ਇਹ ਕਿਹੜੇ ਮਿਸਤਰੀ ਨੇ ਬਣਾਈ ਹੈ? ਮੈਨੂੰ ਮਿਸਤਰੀ ਦਾ ਨਾਮ ਦੱਸ, ਮੈਂ ਤੇਰੇ ਤੋਂ ਦੂਣੀ ਮਜ਼ਦੂਰੀ ਦੇਵਾਂਗੀ, ਮੈਂ ਵੀ ਇਹੋ ਜਿਹੀ ਛੰਨ ਬਣਵਾਉਣੀ ਹੈ। ਇਹ ਨਾ ਉਹਨੇ ਕਿਹਾ ਪਤਾ ਨਹੀਂ ਵੀ ਕਿੱਥੋਂ ਇੱਕ ਗਰੀਬ ਬੜਾ ਜਿਹਾ ਬੰਦਾ ਰਾਤੇ ਰਾਤ ਮਿਸਤਰੀ ਮਜ਼ਦੂਰ ਲਾ ਸਵੇਰ, ਇਹ ਨਹੀਂ ਪਤਾ ਵੀ ਉਹ ਤਾਂ ਭਗਵਾਨ ਨੇ ਬਣਾਈ ਹੈ। ਭਗਵਾਨ ਨੇ ਪਹਿਲਾਂ ਵੀ ਭਗਵਾਨ ਨੇ ਦਿੱਤੇ ਸੀ, ਸਮਾਨ ਵੀ ਭਗਵਾਨ ਨੇ ਦਿੱਤਾ ਸੀ, ਮਗਰੋਂ ਵੀ ਉਸਨੇ ਦਿੱਤਾ ਹੈ। ਇੰਨਾ ਵਿਸ਼ਵਾਸ ਹੁੰਦਾ ਕਈਆਂ ਨੂੰ, ਬਹੁਤ ਮੁਸ਼ਕਿਲ ਹੈ ਇੰਨਾ ਵਿਸ਼ਵਾਸ ਹੋਣਾ। ਇਹ ਜੋ ਜੀਵਨ ਪੜ੍ਹਦੇ ਭਗਤਾਂ ਦੇ ਵੀ ਸਾਨੂੰ ਤਾਂ ਪਤਾ ਜੀ ਕਿੰਨੇ ਜਨਮ ਲੱਗ ਜਾਣਗੇ ਇਸ ਵਿਸ਼ਵਾਸ 'ਤੇ ਆਉਣ 'ਤੇ, ਸਿਰਫ ਇੰਨੇ 'ਤੇ ਵੀ ਇਹ ਸਭ ਕੁਝ ਦਾਤੇ ਦਾ ਜਦੋਂ ਮਰਜ਼ੀ ਵਾਪਸ ਲੈ ਲੈ, ਉਹਨੂੰ ਕੋਈ ਅਫਸੋਸ ਹੀ ਨਹੀਂ ਹੈ। ਉਹ ਕਹਿੰਦੇ ਦਾਤੇ ਦਾ ਦਿੱਤਾ ਹੋਇਆ ਹੈ, ਉਹਦੇ ਜੋ ਮਰਜ਼ੀ ਵਾਪਸ ਲੈ ਲੈ। ਸਾਡਾ ਚੀਂਫੀ ਕਰਨ ਦਾ ਕਿਆ ਮਤਲਬ ਹੈ? ਅਸੀਂ ਚੀਂਫੀ ਇਸ ਲਈ ਕਰਦੇ ਸੀ ਕਿ ਸਾਰੀ ਉਮਰ ਯਾਰ ਲਾ ਕੇ ਅਤੇ ਝੌਂਪੜੀ ਮਸਾਂ ਬਣਾਏ ਸੀ, 2 ਮੰਜੇ ਬਣਾਏ ਸਨ, ਇਹ ਵੀ ਆ ਕੇ ਸੜ ਗਏ ਨੇ। ਆਪਾਂ ਤਾਂ ਇਹੀ ਸੋਚਾਂਗੇ ਨਾ ਵੀ ਮਸਾਂ ਰੋ ਧੋ ਕੇ ਝੌਂਪੜੀ ਬਣਾਈ ਸੀ, ਗਰੀਬ ਦਾਵੇ ਨਾਲ 2 ਕੁ ਮੰਜੇ ਤਿਆਰ ਕੀਤੇ ਸਨ, ਉਹ ਵੀ ਅੱਗੇ ਸੜ ਗਏ ਹਨ। ਪਰ ਉਹ ਕਿਉਂਕਿ ਐਸੀ ਅਵਸਥਾ 'ਤੇ ਪਹੁੰਚ ਚੁੱਕੇ ਸਨ ਵੀ ਪਰਮਾਤਮਾ ਜੋ ਕਰ ਰਿਹਾ ਠੀਕ ਕਰ ਰਿਹਾ, ਉਹਦੀ ਰਜ਼ਾ 'ਚ ਨਹੀਂ, ਉਹਦੇ ਦਿੱਤਾ ਹੋਇਆ ਉਹੀ ਵਾਪਸ ਲੈ ਰਿਹਾ ਹੈ। ਜਿਹਨੇ ਦਿੱਤਾ ਹੈ ਉਹ ਵਾਪਸ ਲੈ ਰਿਹਾ, ਫਿਰ ਵੀ ਦੇ ਦੇਗਾ, ਉਹਨਾਂ ਨੇ ਵੀ ਵਿਸ਼ਵਾਸ ਹੁੰਦਾ, ਫਿਰ ਦੇ ਦੇਗਾ। ਅਤੇ ਜਦੋਂ ਇੰਨਾ ਵਿਸ਼ਵਾਸ ਸੀ ਪਰਮਾਤਮਾ ਨੇ ਪਹਿਲਾਂ ਨਾਲੋਂ ਵੀ ਵਧੀਆ ਦਿੱਤਾ। ਤਾਂ ਕਹਿੰਦੇ ਖਾਲੀ ਚੱਲੇ ਧਣੀ ਸਿਉ, ਜਿਨ੍ਹਾਂ ਦੇ ਅੰਦਰ ਹੰਕਾਰ ਹੁੰਦਾ ਨਾ, ਉਹ ਪਰਮਾਤਮਾ ਤੋਂ ਖਾਲੀ ਹੱਥ ਚਲੇ ਜਾਂਦੇ ਨੇ। ਹੁਣ ਤਾਂ ਪਰਮਾਤਮਾ ਦੀ ਬਖਸ਼ਿਸ਼ ਹੀ ਨਹੀਂ ਉਹਨਾਂ 'ਤੇ ਹੁੰਦੀ। ਅੱਗੇ ਉਹ ਦੱਸਦੇ ਟਿੱਬੇ ਜਿਉਂ ਮੀਂਹਾਂ ਹੂੰ, ਜਿਵੇਂ ਮੀਂਹ ਤੋਂ ਟਿੱਬੇ ਖਾਲੀ ਰਹਿ ਜਾਂਦੇ। ਤੁਸੀਂ ਦੇਖਿਆ ਮੀਂਹ ਪਹਾੜਾਂ 'ਤੇ ਪੈਂਦਾ, ਸਾਰਾ ਪਾਣੀ ਰੁੜ ਕੇ ਹੇਠਾਂ ਆ ਜਾਂਦਾ, ਉੱਥੇ ਨਹੀਂ ਰਹਿੰਦਾ, ਉੱਥੇ ਨਹੀਂ ਰਹਿੰਦਾ, ਹੈ ਨਾ, ਪਾਣੀ ਤੋਂ ਖਾਲੀ ਰਹਿ ਕੇ। ਇੰਨਾ ਮੀਂਹ ਪਿਆ ਪਹਾੜਾਂ 'ਤੇ, ਪਰ ਉੱਥੇ ਇੱਕ ਤੁਬਕਾ ਵੀ ਨਹੀਂ ਰਿਹਾ, ਸਾਰੇ ਰੁੜ ਕੇ ਹੇਠਾਂ ਆ ਗਏ, ਕਿਉਂਕਿ ਹੇਠਾਂ ਨੀਵੀਂ ਥਾਂ ਹੈ। ਬਖਸ਼ਿਸ਼ ਨੀਵੀਂ ਥਾਂ 'ਤੇ ਹੁੰਦੀ ਹੈ। ਆਪਾਂ ਵੀ ਜੇ ਦੇਖ ਲੈਂਦੇ ਵਿਚਾਲਿਓਂ ਬੁੱਕ ਨੀਵਾਂ ਕਰਦੇ ਨਾ, ਦੇਖਿਆ ਨੀਮ ਕਰ ਐਵੇਂ ਤਾਂ ਲੈ ਸਕਦੇ ਅਸੀਂ ਐਂ ਕਰਕੇ ਹੈ। ਪਹਿਲਾਂ ਤਾਂ ਉਹ ਜਿਹੜਾ ਦੇਣ ਵਾਲਾ ਵੇਖੂ, ਪਹਿਲਾਂ ਹੱਥ ਵੇਖੂ, ਫਿਰ ਸਾਡੇ ਵੱਲ ਵੇਖੂ ਪਾਗਲ ਤਾਂ ਨਹੀਂ ਹੈਗੇ ਵੀ ਇਹਨੂੰ ਪਤਾ। ਜੇ ਉਹ ਹੋਸਦਾ ਸੋਚੇ ਵੀ ਪਹਿਲੀ ਵਾਰੀ ਆ ਉਹ ਭਾਈ ਇਹ ਨੀਵੇਂ ਹੱਥ ਕਰ ਦੇ ਡੋਲਣਾ ਜਾ। ਸੋ ਸਿਆਣੇ ਕਹਿੰਦੇ ਨੇ ਫਲ ਨੀਵਿਆਂ ਰੁੱਖਾਂ ਨੂੰ ਲੱਗਦੇ, ਸਿਮਲਾ ਤੂੰ ਮਾਣ ਨਾ ਕਰੀ। ਸੋ ਇਸੇ ਜਿੱਥੇ ਨਿਮਰਤਾ ਹੋਏਗੀ ਉੱਥੇ ਪਰਮਾਤਮਾ ਦੀ ਬਖਸ਼ਿਸ਼ ਹੋਏਗੀ। ਟਿੱਬਿਆਂ 'ਤੇ ਕਹਿੰਦੇ ਟਿੱਬੇ ਮੀਂਹ ਤੋਂ ਬਿਨਾਂ ਹੀ ਰਹਿ ਜਾਂਦੇ ਨੇ, ਕਿਉਂਕਿ ਟਿੱਬੇ ਵਿਚਾਲੋਂ ਉੱਚੇ ਹੁੰਦੇ, ਹਉਮੈ ਦੀ ਨਿਸ਼ਾਨੀ ਹੈ ਉਹਦਾ, ਹਉਮੈ ਦੀ। ਜਿੱਥੇ ਹਉਮੈ ਹੋਏਗੀ ਉੱਥੇ ਪਰਮਾਤਮਾ ਦੀ ਬਖਸ਼ਿਸ਼ ਨਹੀਂ ਹੁੰਦੀ। ਇਸ ਲਈ ਕੋਈ ਵਡਿਆਈ ਹੋ ਰਹੀ ਹੈ, ਕੋਲ ਧਨ ਦੌਲਤ ਹੈ, ਸੋਹਣਾ ਸਰੀਰ ਮਿਲਿਆ, ਹੰਕਾਰ ਨਹੀਂ ਕਰਨਾ, ਸਗੋਂ ਉਹਦਾ ਸ਼ੁਕਰਾਨਾ ਕਰਨਾ। ਸ਼ੀਸ਼ੇ 'ਚ ਆਪਣਾ ਚਿਹਰਾ ਵੇਖਿਆ ਦੂਜੇ ਨਾਲ ਸੋਹਣਾ ਅਤੇ ਉਹਦਾ ਧੰਨਵਾਦ ਕਰਨਾ। ਇਹ ਨਹੀਂ ਕਹਿਣਾ ਲੈ ਆਹ ਤਾਂ ਕਾਲਾ ਕਲੂਟਾ ਜਿਹਾ ਆ ਰਿਹਾ, ਆਹ ਤਾਂ ਫਲਾਣਾ ਹੀ ਵਿੰਗ ਚੜਿੰਗਾ ਜਿਹਾ ਆ ਰਿਹਾ ਹੈ, ਫਲਾਣਾ ਹੈ, ਉਹ ਫਿਰ ਹਉਮੈ ਹੋਏਗੀ ਨਾ, ਫਿਰ ਵੀ ਮੈਂ ਤਾਂ ਗੋਰਾ, ਇਹ ਕਾਲਾ ਕਲੂਟਾ ਜਿਹਾ ਆ ਰਿਹਾ ਹੈ। ਹਾਂਜੀ,
ਇਹ ਨਹੀਂ ਪਤਾ ਕਿਸੇ ਵੇਲੇ ਵੀ ਰੱਬ ਤੈਨੂੰ ਕਾਲਾ ਕਲੂਟਾ ਕਰ ਸਕਦਾ ਹੈ। ਆ ਸਾਡੇ ਪਿਛਲੇ ਘਰ 'ਚ ਕਿਰਾਏਦਾਰ ਰਹਿੰਦੇ ਸਨ, ਬੜੀ ਸੋਹਣੀ ਬੀਬੀ ਸੀ, ਬੜਾ ਕੱਦ, ਬੜੀ ਜਵਾਨ, ਬੜੀ ਸੋਹਣੀ ਸੁਨੱਖੀ, ਸ਼ਾਇਦ ਨਿਊ ਮੇਰ ਸਿੰਘ ਕੋਲ ਸਭ ਤੋਂ ਸੋਹਣੀ ਬੀਬੀ ਸੀ। ਉਹ ਜਾ ਰਹੀ ਆਪਣੀ ਸਕੂਟਰੀ 'ਤੇ, ਉਦੋਂ ਸਕੂਟਰ ਹੁੰਦੇ, ਸਕੂਟਰੀਆਂ ਇਹ ਨਹੀਂ ਸਨ ਚੱਲੀਆਂ ਜੀ, ਸਕੂਟਰ 'ਤੇ ਜਾ ਰਹੇ, ਥਾਪਰ ਕਾਲਜ ਦਾ ਮੋੜ ਮੁੜ ਰਹੀ ਹੈ ਸਕੂਲ ਨੂੰ ਜਾਣ ਲਈ। ਮੋੜ 'ਤੇ ਕੋਈ ਕੁਛ ਨਹੀਂ ਵੱਜਾ, ਆਪ ਹੀ ਡਿੱਗ ਪਈ ਹੈ। ਉਹ ਜਿਹੜਾ ਹੁੰਦਾ ਉਹ ਕਲੱਚ ਹੁੰਦਾ ਲੱਗਾ, ਹਾਂ, ਉਹ ਨਾ ਉਹ ਖੁੱਭ ਗਿਆ ਗੱਲ 'ਚ, ਉਹ ਸਾਰੀ ਗੱਲ ਪਾੜਤੀ ਉਸਨੇ। ਹਾਂਜੀ, ਮੁੜ ਕੇ ਚਿਹਰਾ ਠੀਕ ਹੀ ਨਹੀਂ ਹੋਇਆ, ਲੱਖਾਂ ਰੁਪਏ ਖਰਚ ਕਰ ਲਏ, ਪਲਾਸਟਰ ਸਰਜਰੀ ਵੀ ਕਰਾਈ, ਨਹੀਂ ਰਿਹਾ, ਜੇ ਬੜਾ ਵਿੰਗਾ ਹੀ ਰਹਿ ਗਿਆ। ਪਰਮਾਤਮਾ ਕਦੋਂ ਕੀ ਕਰਦੇ ਕੁਛ ਪਤਾ ਨਹੀਂ ਹੈ। ਹੁਣ ਸਹੀ ਰੰਗ ਪੂਰੇ ਨੇ, ਲੈ ਪੌੜੀ ਉੱਤੇ ਰਤੀ ਬੇਤਿਆਂ ਨੇ ਹੇਠਾਂ ਡਿੱਗ ਪਈ, ਲੱਤ ਬਾ ਟੁੱਟ ਜਾਏਗੀ, ਬਸ ਗਿਆ ਕੰਨ। ਹਾਂ, ਇਸ ਲਈ ਗੁਰਬਾਣੀ ਸਮਝਾਉਂਦੀ ਹੈ ਕਿ ਚਲੋ ਜੇ ਤੁਹਾਨੂੰ ਭਾਈ ਸੁੰਦਰਤਾ ਮਿਲ ਗਈ ਹੈ, ਜਵਾਨੀ ਮਿਲੀ ਹੈ, ਅਮੀਰੀ ਮਿਲੀ ਹੈ, ਹੰਕਾਰ ਨਹੀਂ ਕਰਨਾ, ਕਿਉਂਕਿ ਐਂ ਸਮਝਣਾ ਇਹ ਪਰਮਾਤਮਾ ਨੇ ਸੁੰਦਰਤਾ ਦਿੱਤੀ ਹੈ, ਪਰਮਾਤਮਾ ਨੇ ਅਮੀਰੀ ਦਿੱਤੀ ਹੈ, ਪਰਮਾਤਮਾ ਨੇ ਜਵਾਨੀ ਦਿੱਤੀ ਹੈ, ਪਰਮਾਤਮਾ ਨੇ ਸਰੀਰ ਦੇ ਪੂਰੇ ਅੰਗ ਦਿੱਤੇ ਨੇ, ਉਹਦਾ ਸਗੋਂ ਦੇਖ ਕੇ ਧੰਨਵਾਦ ਕਰਨਾ ਉਹਦਾ, ਫਿਰ ਉਹਦੀ ਬਖਸ਼ਿਸ਼ ਹੁੰਦੀ ਹੈ। ਅੱਗੇ ਕਹਿੰਦੇ, ਫਰੀਦਾ ਤਿੰਨਾਂ ਮੁਖ ਡਰਾਵਨੇ, ਜਿਨ੍ਹਾਂ ਵਿਸਾਰਿਉਨ ਨਾਉ, ਐਥੇ ਦੁੱਖ ਘਨੇਰਿਆ, ਅੱਗੇ ਠੌਰ ਨ ਠਾਉ। ਫਰੀਦਾ ਤਿੰਨਾਂ ਮੁਖ ਡਰਾਵਨੇ, ਉਹਨਾਂ ਦੇ ਮੁਖ ਡਰਾਉਣੇ ਹਨ, ਕਿਹਨਾਂ ਦੇ? ਜਿਨ੍ਹਾਂ ਵਿਸਾਰਿਉਨ ਨਾਉ, ਜਿਹਨੇ ਨਾਮ ਹੀ ਭੁਲਾਤਾ ਹੈ। ਜਿਹੜੇ ਨਾਮ ਨਹੀਂ ਜਪਦੇ, ਕਹਿੰਦੇ ਉਹ ਤਾਂ ਐਂ ਨੇ ਜਿਵੇਂ ਡਰਾਉਣੇ ਮੂੰਹ ਵਾਲੇ ਹੋਣ, ਜਿਹਨੂੰ ਵੇਖ ਕੇ ਡਰ ਆਵੇ। ਉਹ ਤਾਂ ਕਹਿੰਦੇ ਇਹੋ ਜਿਹੇ ਮੂੰਹ ਵਾਲੇ ਨੇ ਜਿਹਨਾਂ ਨੂੰ ਵੇਖ ਕੇ ਡਰ ਆਵੇ। ਕਈ ਬੰਦੇ ਹੁੰਦੇ ਉਹਨਾਂ ਨੂੰ ਵੇਖ ਕੇ ਡਰ ਆਉਂਦਾ ਹੈ, ਕਈਆਂ ਨੂੰ ਵੇਖ ਕੇ ਤਾਂ ਉਹਨੂੰ ਮਿਲਣ ਨੂੰ ਆਪਣਾ ਜੀਅ ਕਰਦਾ ਹੈ, ਕਈਆਂ ਦੀ ਸ਼ਕਲ ਸੂਰਤ ਵੇਖ ਕੇ ਡਰ ਲੱਗਦਾ ਹੈ, ਆਪਾਂ ਦੂਰ ਚਲੇ ਜਾਂਦੇ ਉਸ ਤੋਂ। ਕਹਿੰਦੇ ਐਂ ਸਮਝੋ ਵੀ ਜਿਹੜੇ ਰੱਬ ਨੂੰ ਨਹੀਂ ਨਾ ਜਪਦੇ, ਨਾਮ ਨਹੀਂ ਜਪਦੇ, ਉਹਨਾਂ ਦੇ ਤਾਂ ਮੁੱਖ ਡਰਾਉਣੇ ਨੇ। ਇੱਥੇ ਦੁੱਖ ਘਨੇਰਿਆ, ਘਨੇਰਿਆ ਮੈਨੇ ਬਹੁਤ, ਇੱਥੇ ਉਹਨਾਂ ਨੂੰ ਬੜੇ ਦੁੱਖ ਮਿਲਦੇ ਨੇ। ਅੱਗੇ ਠੌਰ ਨਾ ਠਾਉ, ਅੱਗੇ ਰਹਿਣ ਲਈ ਪੱਕੀ ਥਾਂ ਨਹੀਂ ਮਿਲਦੀ ਕੋਈ, ਉੱਥੋਂ ਕੱਢ ਦਿੰਦੇ, ਚੱਲ ਅਗਲੀ ਯੂਨੀ 'ਚ, ਚੱਲ ਅਗਲੀ ਯੂਨੀ 'ਚ, ਉੱਥੇ ਰਹਿਣ ਨੂੰ ਥਾਂ ਨਹੀਂ ਮਿਲਦੀ ਹੈਗੀ। ਕਿਉਂ? ਨਾਮ ਨਹੀਂ ਜਪਿਆ। ਜੇ ਨਾਮ ਜਪਿਆ ਹੁੰਦਾ ਫਿਰ ਤਾਂ ਪਰਮਾਤਮਾ ਦਰ 'ਤੇ ਥਾਂ ਮਿਲ ਜਾਣੀ ਸੀ। ਨਾਮ ਜਪਿਆ ਨਹੀਂ, ਇਸ ਲਈ ਉੱਥੇ ਦੁਰਕਾਰ ਦਿੰਦੇ ਨੇ। ਚਲੋ ਇੱਥੇ ਵੀ ਦੁੱਖ ਭੋਗਦਾ ਹੈ, ਅੱਗੇ ਜਾ ਕੇ ਉਹਨੂੰ ਥਾਂ ਨਹੀਂ ਮਿਲਦੀ ਪਰਮਾਤਮਾ ਦੇ ਦਰ 'ਤੇ। ਉਹ ਐਂ ਸਮਝੋ ਵੀ ਉਹ ਤਾਂ ਮੁੱਖ ਡਰਾਉਣੇ ਨੇ। ਇਹ ਨਹੀਂ ਸਮਝਣਾ ਵਾਕਈ ਡਰਾਉਣੇ, ਕਈ ਬੜੇ ਸੋਹਣੇ ਸੁਨੱਖੇ ਹੁੰਦੇ ਨਾਸਤਕ, ਐਂ ਨਹੀਂ ਸਮਝਣਾ ਨਾ ਵੀ ਨਾਸਤਕ ਦਾ ਮੁੱਖ ਡਰਾਉਣਾ ਹੁੰਦਾ। ਕਹਿੰਦੇ ਐਂ ਸਮਝੋ ਵੀ ਜਿਹੜੇ ਨਾਮ ਨੇ ਜਪਦੇ, ਜਿਨ੍ਹਾਂ ਦੇ ਮੁੱਖ ਡਰਾਉਣੇ ਨੇ, ਉਹਨਾਂ ਵਰਗੇ ਨੇ ਉਹ। ਵੀ ਪਰਮਾਤਮਾ ਦੇ ਦਰ 'ਤੇ ਉਹਨਾਂ ਨੂੰ ਪਸੰਦ ਨਹੀਂ ਕੀਤਾ ਜਾਂਦਾ, ਵੀ ਤੁਹਾਨੂੰ ਤਾਂ ਨਾਮ ਜਪਣ ਭੇਜਿਆ ਸੀ, ਉਹ ਤੁਸੀਂ ਜਪੇ ਹੀ ਨਹੀਂ ਹੈਗਾ। ਫਰੀਦਾ ਪਿਛਲ ਰਾਤ ਨਾ ਜਾਗਿਓ, ਜੀਮ ਦਿੜੋ ਮੋਇਓ, ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ। ਧਿਆਨ ਦੇਣਾ, ਜੇ ਹਾਹੇ ਤੋਂ ਪਹਿਲੇ ਅੱਖਰ ਨੂੰ ਹੋੜਾ ਲੱਗਾ ਹੋਵੇ ਜਾਂ ਔਂਕੜ ਲੱਗਾ ਹੋਵੇ ਤਾਂ ਹਾਹੇ ਦੀ ਸਿਹਾਰੀ ਨਹੀਂ ਬੋਲਦੀ। ਹੁਣ ਇਹ ਊੜੇ ਨੂੰ ਹੋੜਾ ਲੱਗਾ, ਉਂਝ ਨਹੀਂ ਹੋੜਾ ਲੱਗਿਆ, ਊੜੇ ਦਾ ਮੂੰਹ ਖੁੱਲ੍ਹਾ ਕਰਨੇ ਮਤਲਬ ਹੋੜੇ ਦੀ ਆਵਾਜ਼ ਨਿਕਲਦੀ ਇਸ 'ਚੋਂ। ਹਾਹੇ ਤੋਂ ਪਹਿਲੇ ਅੱਖਰ ਨੂੰ ਹੋੜਾ ਲੱਗਾ ਹੋਇਆ, ਇਸ ਲਈ ਹਾਹੇ ਦੀ ਸਿਹਾਰੀ ਨਹੀਂ ਬੋਲੇਗੀ। ਜਾਗਿਓ ਇੱਥੇ ਹੈ ਕਿਉਂਕਿ ਉਸ ਨੂੰ ਕਿਹਾ ਜਾ ਰਿਹਾ ਹੈ। ਜਦੋਂ ਵਿੱਚ ਤੂੰ ਦੀ ਭਾਵਨਾ ਹੋਵੇ ਨਾ, ਉਦੋਂ ਫਿਰ ਬਿੰਦੀ ਨਾ, ਜਿਵੇਂ ਤੂੰ ਜਾਂਦਾ ਹੈ, ਆਪਾਂ ਇਹ ਨਹੀਂ ਕਹਿੰਦੇ ਤੂੰ ਜਾਂਦਾ ਹੈ, ਆਪਾਂ ਨਹੀਂ ਕਹਿੰਦੇ ਤੂੰ ਪੜ੍ਹਦਾ ਹੈ, ਨੋ, ਆਪਾਂ ਕਹਿੰਦੇ ਤੂੰ ਪੜ੍ਹਦਾ ਹੈ, ਤੂੰ ਜਾਂਦਾ ਹੈ, ਤੂੰ ਰੌਲਾ ਪਾਉਂਦਾ ਹੈ, ਇਸ ਤਰ੍ਹਾਂ ਕਹਾਂਗੇ ਤਾਂ ਇਹ ਬਿੰਦੀ ਨਾ ਪੜ੍ਹਨਾ ਸੁਣੋ। ਫਰੀਦਾ ਪਿਛਲ ਰਾਤ ਨਾ ਜਾਗਿਓ, ਜੀਮ ਦਿੜੋ ਮੋਇਓ। ਹੇ ਇਨਸਾਨ, ਹੇ ਫਰੀਦ, ਤੂੰ ਪਿਛਲੀ ਰਾਤ ਨੂੰ ਜਾਗਦਾ ਹੀ ਨਹੀਂ। ਪਿਛਲੀ ਰਾਤ ਤਾਂ ਅੰਮ੍ਰਿਤ ਵੇਲਾ, ਪਹਿਲੀ ਰਾਤ ਤਾਂ ਹੁਣ ਪੈ ਹੀ ਗਈ ਹੈ।
ਰਾਤ ਦਾ ਪਹਿਲਾ ਪਹਿਰ 9 ਵਜੇ ਤੱਕ ਮੰਨਿਆ ਜਾਂਦਾ, ਦੂਜਾ ਪਹਿਰ 9 ਤੋਂ 12 ਤੱਕ ਹੈ, ਤੀਜਾ ਪਹਿਰ 12 ਤੋਂ 3 ਤੱਕ ਹੈ, ਚੌਥਾ ਪਹਿਰ 3 ਤੋਂ ਲੈ ਕੇ 6 ਤੱਕ ਹੈ। ਸੋ ਜਿਹੜਾ ਹੈ ਚੌਥਾ ਪਹਿਰ, ਉਹ ਹਰ ਧਰਮ ਵਾਲਿਆਂ ਨੇ ਕਿਹਾ ਕਿ ਚੌਥੇ ਪਹਿਰ ਤੁਸੀਂ ਉੱਠ ਕੇ ਪਰਮਾਤਮਾ ਦਾ ਨਾਮ ਜਪਣਾ। ਉਹ ਕਹਿੰਦੇ ਪਿਛਲੀ ਰਾਤ ਨਾ ਜਾਗਿਓ, ਤੂੰ ਪਿਛਲੀ ਰਾਤ ਨੂੰ ਜਾਗਦਾ ਹੀ ਨਹੀਂ ਹੈ, ਤੂੰ ਚੌਥੇ ਪਹਿਰ 'ਚ ਜਾਗਦਾ ਹੀ ਨਹੀਂ ਹੈ। ਜੀਮ ਜਿਹੜਾ ਮੋਇਓ, ਤੂੰ ਐਂ ਸਮਝ ਤੂੰ ਤਾਂ ਜਿਉਂਦੇ ਮਰਿਆ ਹੋਇਆ, ਤੂੰ ਜਿਉਂਦਾ ਨਹੀਂ, ਤੂੰ ਤਾਂ ਜਿਉਂਦਾ ਹੀ ਮਰਿਆ ਹੋਇਆ ਹੈ। ਇਹਨਾਂ ਕਿਹਾ ਵੀ ਜ਼ਰੂਰ ਉੱਠਣਾ ਅੰਮ੍ਰਿਤ ਵੇਲੇ। ਹੁਣ ਜਿਨ੍ਹਾਂ ਨੂੰ ਲੇਟ ਸੌਣ ਦੀ ਆਦਤ ਹੈ, ਉਹਨਾਂ ਦਾ ਪਤਾ ਹੀ ਨਹੀਂ ਅੰਮ੍ਰਿਤ ਵੇਲਾ ਕਦੋਂ ਸ਼ੁਰੂ ਹੋਗਾ ਅਤੇ ਕਦੋਂ ਹੁੰਦਾ। ਜਦ ਮੈਂ ਕਸ਼ਮੀਰ ਗਿਆ, ਮੈਂ ਸੀ, ਮੇਰਾ ਦੋਸਤ ਸੀ, ਡਰਾਈਵਰ ਵੀ ਕੁਦਰਤੀ ਸਰਦਾਰ ਸੀ, ਅਸੀਂ ਖੱਬੇ ਪਾਸੇ 2 ਸੀਟਾਂ 'ਤੇ ਬੈਠੇ ਹਾਂ। ਉਹ ਮੈਨੂੰ ਕਹਿੰਦਾ, ਤੁਸੀਂ ਨਾਨਕ ਸਿੰਘ ਦਾ ਫਲਾਣਾ ਨਾਵਲ ਪੜ੍ਹਿਆ? ਮੈਂ ਨਹੀਂ, ਮੈਂ ਉਹ ਨਹੀਂ ਪੜ੍ਹਿਆ। ਵੀ ਬਾਕੀ ਜਿਹੜੇ MA BA ਗਿਆਨੀ ਲੱਗੇ ਸਨ ਉਹ ਪੜ੍ਹੇ ਨੇ। ਕਹਿੰਦਾ ਉਹਦੇ 'ਚ ਨਾ 2 ਦੋਸਤ ਨੇ, ਉਹ ਰਾਮਲੀਲਾ ਵੇਖਣ ਜਾਂਦੇ ਨੇ। 7 ਦਿਨ ਰਾਮਲੀਲਾ ਵੇਖਦੇ ਰਹੇ। ਇੱਕ ਦੋਸਤ ਦੂਜੇ ਨੂੰ ਪੁੱਛਦਾ, ਸੀਤਾ ਕੌਣ ਥਾ? 7 ਦਿਨ ਰਾਮਲੀਲਾ ਵੇਖ ਕੇ ਉਹਨੂੰ ਇਹੀ ਨਹੀਂ ਪਤਾ ਲੱਗਿਆ ਸੀਤਾ ਜਨਾਨੀ ਸੀ। ਬੰਦਾ ਕਹਿੰਦਾ ਸੀਤਾ ਕੌਣ ਥਾ? ਕਹਿੰਦੇ ਦੇਖੋ, ਇਹ ਨਾ ਅੱਡ ਸਟੇਟਾਂ ਤੋਂ ਆਏ ਨੇ ਕਸ਼ਮੀਰ ਵੇਖਣ, ਆਪਣੇ ਤਿੰਨਾਂ ਤੋਂ ਬਿਨਾਂ ਸਾਰੇ ਸੁੱਤੇ ਹੋਏ ਨੇ। ਆਪਾਂ ਏਸ਼ੀਆ ਦੀ ਸਭ ਤੋਂ ਵੱਡੀ ਝੀਲ ਵੁਲਰ ਝੀਲ ਹੈ, ਉਹਦੇ ਦੁਆਲੇ ਆਪਾਂ ਚੱਕਰ ਲਾ ਰਹੇ ਹਾਂ। 6 ਘੰਟਿਆਂ ਦੇ ਆਪਾਂ ਲੱਗਣਗੇ ਉਸ ਝੀਲ ਦੇ ਦੁਆਰੇ ਬੱਸ ਜਾਣ ਪਿੱਛੇ। ਇਹ ਸੁੱਤੇ ਨੇ। ਵਾਪਸ ਜਦੋਂ ਸ਼੍ਰੀਨਗਰ ਜਾਵਾਂਗੇ, ਮੈਨੂੰ ਪੁੱਛਣਗੇ ਡਰਾਈਵਰ ਸਾਹਿਬ ਤੁਸੀਂ ਸਾਨੂੰ ਵੁਲਰ ਝੀਲ ਤਾਂ ਦਿਖਾਈ ਹੋਈ ਨਹੀਂ। ਕਹਿੰਦੇ ਪਤਾ ਕਿਉਂ ਸੁੱਤੇ ਨੇ? ਇਹ ਕਸ਼ਮੀਰ ਕੋਈ ਨਹੀਂ ਵੇਖਣ ਆਏ, ਇਹ ਵੀਰ ਲੋਕ ਨੇ, ਬਹੁਤ ਸੇ ਮੌਜ ਮੇਲਾ ਜੇ ਕਰਨ ਆਏ ਵੀ ਚੱਲ ਫਿਰ ਤੁਰੋ ਨੇ ਬਸ। ਤੁਸੀਂ ਵੇਖਣ ਆਏ ਹੋ? ਮੈਨੂੰ ਕਹਿੰਦਾ ਤੁਸੀਂ ਕੀ ਕੰਮ ਕਰ? ਮੈਂ ਅਸੀਂ ਟੀਚਰ ਲੱਗੇ ਹੋਏ। ਤਾਂ ਹੀ ਕਹਿੰਦਾ ਮੈਂ ਤਾਂ ਜਾ ਕੇ ਬੱਚਿਆਂ ਨੂੰ ਦੱਸਣਾ ਵੀ ਕਸ਼ਮੀਰ ਕਿਹੋ ਜਿਹਾ ਇਲਾਕਾ ਹੈ, ਉੱਚਾ ਹੈ, ਨੀਵਾਂ ਹੈ, ਪੱਧਰਾ ਹੈ, ਗਰਮ ਹੈ, ਸਰਦ ਹੈ, ਇੱਥੇ ਕਿਹੜੀ ਕਿਹੜੀਆਂ ਫਸਲਾਂ ਹੁੰਦੀਆਂ, ਇੱਥੇ ਲੋਕ ਕਿਹੜੇ ਕਿਹੜੇ ਕਿੱਤੇ ਕਰਦੇ ਨੇ, ਅਮੀਰ ਨੇ, ਗਰੀਬ ਨੇ। ਅਸੀਂ ਜੋਗਰਾਫੀ ਪੜ੍ਹਾਉਣੀ ਹੈ, ਅਸੀਂ ਤਾਂ ਇੱਥੇ ਵੇਖਣ ਆਏ ਹਾਂ ਇਸ ਨੂੰ। ਕਹਿੰਦੇ ਤੁਸੀਂ ਸਿਰਫ, ਮੈਂ ਤਾਂ ਮਜਬੂਰੀ 'ਚ ਜਾਗਦਾ, ਮੈਂ ਤਾਂ ਡਰਾਈਵਰ ਹਾਂ, ਤੁਸੀਂ ਵਾਕਈ ਵੇਖਣਾ। ਬਾਕੀ ਆਹ ਦੇਖੋ ਸਾਰੀ ਬੱਸ ਸੁੱਤੀ ਹੋਈ ਹੈ। ਜਦੋਂ ਜਾਗਣਾ ਹੈ ਉਦੋਂ ਬੰਦਾ ਸੁੱਤਾ ਹੋਇਆ ਹੈ, ਜਦੋਂ ਸੌਣਾ ਉਦੋਂ ਜਾਗਦਾ ਰਹਿੰਦਾ ਹੈ। ਆਹ ਜਵਾਕ ਜੀ ਅੱਜ ਕੱਲ੍ਹ 2-2 ਵਜੇ ਤੱਕ ਜਾਗਦੇ ਰਹਿੰਦੇ ਨੇ। ਉਹ ਅੰਮ੍ਰਿਤ ਵੇਲੇ ਫਿਰ ਸੌਂ ਜਾਂਦੇ ਨੇ। ਫਿਰ ਇਹਨਾਂ ਬੁਢਾਪੇ 'ਚ ਪੁੱਛਣੇ, ਬਾਬਾ ਜੀ ਅੰਮ੍ਰਿਤ ਵੇਲਾ ਕਦੋਂ ਸ਼ੁਰੂ ਹੁੰਦਾ? ਮੈਂ ਜਦ ਤੁਸੀਂ ਸੌਣਾ ਸ਼ੁਰੂ ਕੀਤਾ ਸੀ ਨਾ, ਉਦੋਂ ਸ਼ੁਰੂ ਸੀ। ਸੋ ਤਾਂ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਪਿਛਲ ਰਾਤ ਨਾ ਜਾਗਿਓ, ਜੀਮ ਦੜੋ ਮੋਇਓ। ਕਹਿ ਤੂੰ ਪਿਛਲੀ ਰਾਤ ਜਾਗਦਾ ਨਹੀਂ, ਤੂੰ ਸਮਝੂ ਤਾਂ ਜਿਉਂਦਾ ਹੀ ਮਰਿਆ ਹੋਇਆ ਹੈ। ਜੇ ਤੈਂ ਰੱਬ ਵਿਸਾਰਿਆ, ਜੇ ਤੂੰ ਰੱਬ ਨੂੰ ਭੁਲਾ ਦਿੱਤਾ ਨਾ, ਤਾਂ ਰੱਬ ਨਾ ਵਿਸਰਿਓ, ਰੱਬ ਨੇ ਤੈਨੂੰ ਨਹੀਂ ਭੁਲਾਇਆ। ਹੁਣ ਤੁਸੀਂ ਕਹੋਗੇ ਰੱਬ ਨਹੀਂ ਸਾਨੂੰ ਭੁਲਾਉਂਦਾ, ਉਹ ਤਾਂ ਹਰ ਵਕਤ ਸਾਡੇ ਕਰਮਾਂ ਨੂੰ ਨੋਟ ਕਰ ਰਿਹਾ। ਇਹ ਕੀ ਕਰ ਰਿਹਾ? ਜਦੋਂ ਤੂੰ ਜਾਗਦਾ, ਉਹ ਸਾਨੂੰ ਭੁੱਲਿਆ ਨਹੀਂ ਹੈ। ਜੇ ਸਾਨੂੰ ਭੁੱਲ ਜੇ ਫਿਰ ਸਾਡੇ ਕਰਮ ਹੀ ਨਾ ਨੋਟ ਕਰੇ। ਉਹ ਤਾਂ ਸਾਡੇ ਇੱਕ ਇੱਕ ਕਰਮ ਨੂੰ ਨੋਟ ਕਰੇ। ਕਰਦਾ ਕੀ ਹੈ? ਇਸ ਲਈ ਰੱਬ ਨੇ ਸਾਨੂੰ ਨਹੀਂ ਭੁਲਾਇਆ। ਕਹਿੰਦੇ ਜੇ ਤੂੰ ਰੱਬ ਨੂੰ ਭੁਲਾ ਦਿੱਤਾ ਨਾ, ਤਾਂ ਇਹ ਨਾ ਸੋਚ ਰੱਬ ਨੇ ਭੁਲਾਤਾ। ਰੱਬ ਨੇ ਤੈਨੂੰ ਨਹੀਂ ਭੁਲਾਇਆ, ਉਹ ਤੈਨੂੰ ਯਾਦ ਰੱਖਦਾ, ਕਿਉਂਕਿ ਵੇਖ ਰਿਹਾ ਤੂੰ ਕੀ ਕਰ ਰਿਹਾ, ਉਹ ਨਹੀਂ ਤੈਨੂੰ ਭੁੱਲਿਆ। ਸੋ ਸਮਝਾਇਆ ਕਿ ਭਾਈ ਪਿਛਲੀ ਰਾਤ ਜਾਗਣਾ ਹੈ, ਆਦਤ ਪਾਓ। ਦੇਖੋ ਅੰਗਰੇਜ਼ ਵੀ ਕਹਿੰਦੇ ਨੇ, ਅਰਲੀ ਟੂ ਬੈਡ ਅਰਲੀ ਟੂ ਰਾਈਜ਼ ਮੇਕਸ ਏ ਮੈਨ ਹੈਲਦੀ ਵੈਲਦੀ ਐਂਡ ਵਾਈਜ਼। ਜਿਹੜਾ ਬੰਦਾ ਛੇਤੀ ਸੌਂਦਾ ਹੈ ਅਤੇ ਛੇਤੀ ਉੱਠਦਾ, ਨੰਬਰ 1 ਹੈਲਦੀ, ਉਹ ਤੰਦਰੁਸਤ ਹੋ ਜਾਏਗਾ, ਵੈਲਦੀ, ਉਹ ਅਮੀਰ ਹੋ ਜਾਏਗਾ, ਵਾਈਜ਼ ਅਤੇ ਉਹ ਸਿਆਣਾ ਹੋ ਜਾਏਗਾ, ਸਿਆਣਾ ਹੋ ਜਾਏਗਾ। ਅਤੇ ਜਿਹਨੂੰ ਤਿੰਨੋਂ ਚੀਜ਼ਾਂ ਮਿਲ ਜਾਣ, ਉਹਨੂੰ ਹੋਰ ਕੀ ਚਾਹੀਦਾ? ਹੈਲਦੀ ਵੀ ਹੋਵੇ, ਵੈਲਦੀ ਵੀ ਹੋਵੇ ਅਤੇ ਵਾਈਜ਼ ਵੀ ਹੋਵੇ।
ਅੰਗਰੇਜ਼ ਵੀ ਇਸ ਗੱਲ ਨੂੰ ਮੰਨਦੇ ਨੇ ਕਿ ਛੇਤੀ ਸੌਣਾ ਚਾਹੀਦਾ, ਛੇਤੀ ਉੱਠਣਾ। ਕਈ ਮੈਨੂੰ ਕਹਿਣਗੇ ਉਹ ਬਾਬਾ ਜੀ ਅੰਮ੍ਰਿਤ ਵੇਲੇ ਨਹੀਂ ਉੱਠਣ ਦਾ। ਮੈਂ ਜੀ ਸੌਂਦੇ ਕਿੰਨੇ ਵਜੇ? ਕਹਿੰਦੇ ਜੀ 11-12 ਵੱਜਦੇ। ਮੈਂ ਫਿਰ ਕਿੱਥੋਂ ਉੱਠੋਗੇ ਭਾਈ ਅੰਮ੍ਰਿਤ ਵੇਲੇ? 6 ਘੰਟੇ ਦੀ ਨੀਂਦ ਤਾਂ ਚਾਹੀਦੀ ਹੈ। ਜਿਹੜਾ ਹੈ ਅੰਗਰੇਜ਼ੀ 'ਚ ਲਿਖਿਆ 6 hours ਫਾਰ ਮੈਨ, 7 hours ਫਾਰ ਵਿਮਨ, 8 hours ਫਾਰ ਫੂਲਸ। 6 ਘੰਟੇ ਬੰਦੇ ਨੂੰ ਸੌਣਾ ਚਾਹੀਦਾ, 7 ਘੰਟੇ ਔਰਤ ਨੂੰ ਸੌਣਾ ਚਾਹੀਦਾ। ਜਿਹੜਾ 8 ਘੰਟੇ ਸੌਂਦਾ ਮੂਰਖ ਹੈ, ਮੂਰਖ ਹੈ। ਸੋ 6 ਘੰਟੇ ਦਾ ਮੰਨਿਆ ਗਿਆ ਭਾਈ ਸਮੋ ਤੁਸੀਂ। ਜੇ ਆਪਾਂ 10 ਵਜੇ ਸੌਵਾਂਗੇ ਤਾਂ ਹੀ 4 ਵਜੇ ਅੱਖ ਉੱਠਾਂਗੇ ਨਾ। ਅਤੇ ਜੇ ਸੁੱਤੇ ਹੀ 11 ਵਜੇ ਫਿਰ ਕਿਵੇਂ 4 ਵਜੇ ਉੱਠਾਂਗੇ? ਸੁੱਤੇ ਹੀ 12 ਵਜੇ ਕਿਵੇਂ 4 ਵਜੇ ਉੱਠਾਂਗੇ? ਤਾਂ ਉਹਨੇ ਕਿਹਾ ਅਰਲੀ ਟੂ ਬੈੱਡ ਅਰਲੀ ਟੂ ਰਾਈਜ਼। ਛੇਤੀ ਸੌਵਾਂਗੇ ਤਾਂ ਹੀ ਛੇਤੀ ਉੱਠਾਂਗੇ ਨਾ, ਇਹ ਜ਼ਰੂਰੀ ਹੈ। ਹਾਂ, ਆਪਾਂ ਕਿਸੇ ਫੈਕਟਰੀ 'ਚ ਕੰਮ ਕਰਦੇ ਹਾਂ। ਹੁਣ ਜਿਵੇਂ ਦੁਕਾਨਦਾਰਾਂ ਦੀ ਮਜਬੂਰੀ ਹੈ, ਇਹ ਨਹੀਂ ਛੇਤੀ ਸੌਂ ਸਕਦੇ। 10-11 ਵਜੇ ਤੱਕ ਦੁਕਾਨਾਂ ਰਾਤ ਨੂੰ ਖੁੱਲ੍ਹੀਆਂ ਰਹਿੰਦੀਆਂ ਨੇ। ਕਦੋਂ ਘਰ ਗਏ, ਨਹਾਤੇ ਧੋਤੇ, ਕਈ ਵਾਰ ਗਰਮੀਆਂ ਦੇ ਮੌਸਮ ਜਾ ਕੇ ਨਹਾਉਣਾ ਧੋਣਾ ਪੈਂਦਾ, ਫਿਰ ਰੋਟੀ ਖਾਧੀ, ਫਿਰ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਐਂ ਉਹਨਾਂ ਨੂੰ ਤਾਂ ਵਿਚਾਰੇ 1 ਵੱਜ ਜਾਂਦਾ। ਉਹ ਫਿਰ ਕੀ ਕਰਨਗੇ? ਕੁਝ ਤਾਂ ਮਜਬੂਰੀਆਂ ਹੁੰਦੀਆਂ। ਕਈਆਂ ਦੀ ਫੈਕਟਰੀ 'ਚ ਡਿਊਟੀ ਹੁੰਦੀ ਹੈ, ਉਹ ਜਿਹੜਾ ਹੈ ਉਹਨਾਂ ਦਾ ਟਾਈਮ ਹੀ ਕੋਈ ਨਹੀਂ, ਕਦੇ 8 ਘੰਟੇ ਇਸ ਵੇਲੇ, ਕਦੇ ਅਗਲੇ ਵਾਰ, ਕਦੇ ਅਗਲੇ, ਡਿਊਟੀਆਂ ਬਦਲਦੀਆਂ ਰਹਿੰਦੀਆਂ। ਕੁਝ ਮਜਬੂਰੀਆਂ ਹੁੰਦੀਆਂ ਨੇ। ਪਰ ਜੇ ਮਜਬੂਰੀ ਕੋਈ ਨਾ ਹੋਵੇ ਤਾਂ ਫਿਰ ਜਿਹੜਾ ਹੈ ਅੰਮ੍ਰਿਤ ਵੇਲੇ ਉੱਠਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਭਜਨ ਬੰਦਗੀ ਕਰਨ ਦਾ ਵੇਲਾ ਹੁੰਦਾ ਹੈ। ਮਹਿਲਾ ਪੰਜਵਾਂ। ਫਰੀਦਾ ਕੰਤ ਰੰਗਾਵਲਾ, ਵੱਡਾ ਵੇ ਮੁਹਤਾਜ, ਅੱਲਾਹ ਸੇਤੀ ਰਤਿਆਂ, ਇਹ ਸਚਾਵਾਂ ਸਾਜ਼। ਅੱਲਾਹ, ਇਹ ਖਿਆਲ ਰੱਖਣਾ, ਇਹਦੇ 2 ਸਰੂਪ ਨੇ ਗੁਰਬਾਣੀ 'ਚ। ਆੜਾ ਲੱਲਾ ਹਾਹਾ, ਆੜਾ ਲੱਲਾ ਹਾਹੇ ਨੌਕੜ। ਉਚਾਰਨ ਹੈ ਅੱਲਾਹ। ਇਹ ਅਰਬੀ ਭਾਸ਼ਾ ਦਾ ਸ਼ਬਦ ਹੈ। ਆਪਾਂ ਰੱਬ ਕਹਿੰਦੇ ਹਾਂ, ਭਗਵਾਨ ਕਹਿੰਦੇ ਹਾਂ। ਮੁਸਲਮਾਨ ਰੱਬ ਨੂੰ, ਭਗਵਾਨ ਨੂੰ ਅੱਲਾਹ ਕਹਿੰਦੇ ਨੇ। ਇਹ ਅਰਬੀ ਭਾਸ਼ਾ ਦਾ ਸ਼ਬਦ ਹੈ, ਇਹਦਾ ਉਚਾਰਨ ਹੈ ਅੱਲਾਹ। ਫਾਰਸੀ ਅਤੇ ਅਰਬੀ ਦਾ ਨਿਯਮ ਹੈ ਕਿ ਜੇ ਅਖੀਰ 'ਤੇ ਹਾਹਾ ਹੋਵੇ ਉਹਨਾਂ ਦਾ ਆਪਣਾ, ਤਾਂ ਪੰਜਾਬੀ ਦਾ ਹਾ ਹੈ ਨਾ, ਉਹਨਾਂ ਦਾ ਆਪਣਾ ਅੱਖਰ ਹਾਹੇ ਦੀ ਆਵਾਜ਼ ਵਾਲਾ। ਉਦੋਂ ਹਾਹੇ ਤੋਂ ਪਹਿਲਾ ਅੱਖਰ ਜੇ ਮੁਕਤਾ ਹੋਵੇ ਤਾਂ ਮੁਕਤੇ ਨੂੰ ਕੰਨਾਂ ਲਾ ਕੇ ਬੋਲਣਾ। ਇਹ ਹੋ ਗਿਆ ਅੱਲਾਹ। ਇੱਕ ਦੂਜਾ ਇਹਦਾ ਸਰੂਪ ਹੈ ਆੜਾ ਲੱਲਾ ਹਾਹੇ ਨੂੰ ਔਂਕੜ। ਜਦੋਂ ਤੇ ਜਿਵੇਂ ਅੱਲਾਹ ਸੇਤੀ ਨਾਲ ਨਾ, ਨੇ, ਨੂੰ, ਦਾ, ਦੇ, ਦੀ, ਇਸ ਤਰ੍ਹਾਂ ਸੰਬੰਧਕ ਆ ਜੇ। ਜਦੋਂ ਨਾਲ ਸੰਬੰਧਕ ਆ ਜੇ ਜਾਂ ਆਵਾਜ਼ ਮਾਰਨੀ ਹੋਵੇ, ਜੇ ਆਪਾਂ ਕਹੇ ਹੇ ਨਾਨਕ, ਉਦੋਂ ਹਾਹੇ ਨੂੰ ਔਂਕੜ ਨਹੀਂ ਲੱਗਦਾ। ਜਦੋਂ ਹਾਹੇ ਨੂੰ ਔਂਕੜ ਲੱਗਾ ਹੋਵੇ, ਉਚਾਰਨ ਅੱਲਾਹ, ਉਚਾਰਨ ਉਹੀ ਹੈ। ਅੱਲੋ ਨਹੀਂ ਪੜ੍ਹਨਾ ਉਸਨੂੰ, ਭਾਵ ਹੈ ਅੱਲਾਹ ਨਾਮ ਹੋ ਗਿਆ। ਇਹ ਜਿਹੜਾ ਅੱਲਾਹ, ਇਹ ਬਿਨਾਂ ਹਾਹੇ ਤੋਂ ਔਂਕੜ ਤੋਂ ਬਿਨਾਂ, ਇਹ ਨਾਲ ਕੇ ਸੇਤੀ ਆਉਣ ਕਰਕੇ ਵੀ ਅੱਲਾਹ ਨਾਲ ਆਉਣ ਕਰਕੇ ਹਾਹੇ ਨੂੰ ਔਂਕੜ ਕੱਟ ਗਿਆ, ਤਾਂ ਕਰਕੇ ਕੱਟ ਗਿਆ। ਜਦੋਂ ਨਾਮ ਤੋਂ ਬਾਅਦ ਕੋਈ ਸੰਬੰਧਕ ਆ ਜਾਏ, ਨਾ, ਨੇ, ਨੂੰ, ਦੇ, ਦੀ, ਦੀਆਂ, ਇਸ ਤਰ੍ਹਾਂ ਆ ਜਾਏ, ਫਿਰ ਉਹ ਔਂਕੜ ਹੇਠੋਂ ਕੱਟ ਜਾਂਦਾ ਹੈ, ਉਚਾਰਨ ਉਹੀ ਰਹਿੰਦਾ। ਤਾਂ ਮੈਂ ਕਈ ਵਾਰੀ ਉਦਾਹਰਨ ਦਿੱਤੇ ਵੀ ਨਾਨਕ ਹੈ, 3 ਸਰੂਪ ਨੇ। ਨੰਨੇ ਨੂੰ ਕੰਨਾ ਨੰਨਾ ਕੱਕਾ, ਨੰਨੇ ਨੂੰ ਕੰਨਾ ਨੰਨਾ ਕੱਕੇ ਨੂੰ ਔਂਕੜ, ਨੰਨੇ ਨੂੰ ਕੰਨਾ ਨੰਨਾ ਕੱਕੇ ਨੂੰ ਸਿਹਾਰੀ। ਪਰ ਤਿੰਨਾਂ ਨੂੰ ਹੀ ਆਪਾਂ ਨਾਨਕ ਬੋਲਦੇ ਹਾਂ, ਤਿੰਨਾਂ ਨੂੰ ਨਾਨਕ ਬੋਲਦੇ। ਇਸ ਲਈ ਚਾਹੇ ਹਾਹੇ ਨੂੰ ਔਂਕੜ ਹੈ, ਚਾਹੇ ਨਹੀਂ ਹੈ, ਬੋਲਣਾ ਇਸ ਨੂੰ ਅੱਲਾਹ। ਇਹਨੂੰ ਅੱਲਾਹ ਜਾਂ ਅੱਲਾਹ ਨਹੀਂ ਪੜ੍ਹਨਾ, ਅੱਲਾਹ। ਜਿਵੇਂ ਦਰਗਾਹ, ਦਰਗਾਹ ਦੇ 2 ਸਰੂਪ ਨੇ, ਦੱਦਾ ਰਾਰਾ ਗੱਗਾ ਹਾਹਾ, ਦੱਦਾ ਰਾਰਾ ਗੱਗਾ ਹਾਹੇ ਨੂੰ ਸਿਹਾਰੀ। ਦੋਨਾਂ ਦਾ ਉਚਾਰਨ ਦਰਗਾਹ ਹੈ, ਕਿਉਂਕਿ ਅਰਬੀ ਫਾਰਸੀ ਵਾਲੇ ਪਰਮਾਤਮਾ ਦੇ ਥਾਨ, ਜਿਹਨੂੰ ਆਪਾਂ ਸੱਚਖੰਡ ਕਹਿੰਦੇ ਹਾਂ, ਉਹ ਰੱਬੀ ਦਰਬਾਰ ਨੂੰ ਕਹਿੰਦੇ ਦਰਗਾਹ। ਔਰ ਕਿ ਪੀਰ ਦੀ ਦਰਗਾਹ ਹੈ ਜੀ, ਸੋ ਉਹਨੂੰ ਦਰਗਾਹ ਬੋਲਿਆ ਜਾਂਦਾ। ਦਰਗਾਹ ਨਹੀਂ ਬੋਲਣਾ ਉਸਨੂੰ, ਦਰਗਾਹ।
ਫਰੀਦਾ ਕੰਤ ਰੰਗਾਵਲਾ ਵੱਡਾ ਵੇ ਮੁਹਤਾਜ, ਅੱਲਾ ਸੇਤੀ ਰਤਿਆ ਇਹ ਸਚਾਵਾਂ ਸਾਜ। ਫਰੀਦ ਹੈ ਫਰੀਦ ਕੰਤ ਰੰਗਾਵਲਾ, ਜਿਹੜਾ ਪਰਮਾਤਮਾ ਹੈ ਨਾ, ਪ੍ਰਭੂ ਪਤੀ ਹੈ, ਇਹ ਬੜਾ ਰੰਗੀਲਾ ਹੈ। ਕਈ ਬੜੇ ਖੁਸ਼ ਮਿਜ਼ਾਜ ਲੋਕ ਹੁੰਦੇ ਨੇ, ਰੰਗ ਲਾਉਂਦੇ, ਬੜੀਆਂ ਗੱਲਾਂ ਪਤਾ ਸੁਣਾਉਂਦੇ ਨੇ, ਹਸਾਸ ਵਿਚਾਲ ਕੇ ਬੜਾ ਰੰਗੀਲਾ ਆਦਮੀ ਹੈ ਯਾਰ। ਅਤੇ ਕਈ ਜਿਹੜੇ ਸੀਰੀਅਸ ਜਿਹੇ ਹੁੰਦੇ ਵਾਲੇ ਕਹਿੰਦੇ ਪਤਾ ਨਹੀਂ ਕੀ ਮੂੰਹ 'ਤੇ ਪੱਟੀ ਜਿਹੀ ਬੰਨੀ, ਕੋਈ ਗੱਲ ਹੀ ਨਹੀਂ ਕਰਦਾ ਹੈਗਾ। ਆਪਣੇ ਆਪਣੇ ਸੁਭਾਅ ਹੁੰਦੇ ਨੇ। ਮੇਰੀ ਭਤੀਜੀ ਉਹ ਸਹਿ ਸੁਭਾਅ ਗੱਲਾਂ ਕਰੂਗੀ, ਹਸਾ ਹਸਾ ਕੇ ਮੈਂ ਕਈ ਵਾਰੀ ਉਹਨੂੰ ਨਾ ਹੱਥ ਜੋੜਿਆ ਕਰਦਾ, ਬਈ ਤੂੰ ਬਸ ਹੁਣ ਬਸ ਕਰ। ਹਸਾ ਹਸਾ ਕੇ ਢਿੱਡ 'ਚ ਪੀੜਾ ਪਾ, ਕੋਈ ਚੁਟਕਲਾ ਨਹੀਂ ਸੁਣਾਉਂਦੀ ਕੋਈ ਨਾ, ਸਹਿ ਸੁਭਾਅ ਗੱਲਾਂ ਕਰਦੇ। ਕਈ ਗੱਲਾਂ ਹੀ ਇਸ ਤਰ੍ਹਾਂ ਕਰਦੇ ਨੇ। ਹਾਂਜੀ, ਕਹਿੰਦੇ ਮੈਂ ਤਾਂ ਜੀ ਇਹ ਗੱਲਾਂ ਕਰ ਲਾ ਜੇ ਨਾ, ਉੱਥੇ ਜੇ ਮੁਰਦਾ ਸਾਹਮਣੇ ਬੜਾ ਸਾਹਮਣੇ, ਕਹਿੰਦੇ ਮੇਰੀ ਗੱਲਾਂ ਸੁਣਦੇ ਲੋਕ ਹੱਸ ਪੈਣਗੇ ਉੱਥੇ ਵੀ। ਸਹਿ ਸੁਭਾਅ ਗੱਲਾਂ ਕਰਦੇ। ਇਸ ਤਰ੍ਹਾਂ ਕਈ ਖੁਸ਼ ਮਿਜ਼ਾਜ ਲੋਕ ਹੁੰਦੇ ਨੇ। ਸੋ ਪਰਮਾਤਮਾ ਖੁਸ਼ ਮਿਜ਼ਾਜ ਹੈ, ਉਹ ਰੰਗੀਲਾ ਹੈ, ਵੇ ਮੁਹਤਾਜ, ਉਹਨੂੰ ਕਿ ਕਿਸੇ ਦੀ ਮੁਥਾਜੀ ਨਹੀਂ ਹੈਗੀ। ਸਾਨੂੰ ਤਾਂ ਧਰਤੀ ਦੀ ਮੁਥਾਜੀ, ਕਦੇ ਕਿਸੇ ਤੋਂ ਕੋਈ ਚੀਜ਼ ਮੰਗਣ ਜਾਣਾ, ਕਦੇ ਕਿਸੇ ਤੋਂ ਕੋਈ ਚੀਜ਼ ਮੰਗਣ ਜਾਂਦੇ। ਉਹ ਬੇਮੁਹਤਾਜ। ਅੱਲਾ ਸੇਤੀ ਰਤਿਆ ਇਹ ਸਚਾਵਾਂ ਸਾਧ, ਜਿਹੜਾ ਫਿਰ ਪਰਮਾਤਮਾ ਦੇ ਨਾਲ ਪਿਆਰ 'ਚ ਰੰਗਿਆ ਜਾਂਦਾ ਹੈ, ਅਸਲ ਸਚਾਵਾਂ ਸਾਜ ਉਹਦਾ ਹੀ ਸੱਚਾ ਸ਼ਿੰਗਾਰ ਹੈ। ਸਾਜ ਮੈਨੂੰ ਸ਼ਿੰਗਾਰ, ਉਹਦਾ ਹੀ ਸਦਾ ਰਹਿਣ ਵਾਲਾ ਸ਼ਿੰਗਾਰ ਹੈ। ਸੋ ਪਰਮਾਤਮਾ ਤੇ ਨਾਮ ਦੇ ਸ਼ਿੰਗਾਰ ਨੂੰ ਪਿਆਰ ਕਰਦਾ ਹੈ। ਸੋ ਉਹਦੇ ਨਾਲ ਰੰਗੇ ਜਾਣਾ, ਉਹਦੇ ਪਿਆਰ ਦੇ ਵਿੱਚ ਰੰਗੇ ਜਾਣਾ, ਇਹ ਅਸਲ 'ਚ ਸੱਚਾ ਸਾਜ ਹੈ, ਸੱਚਾ ਸ਼ਿੰਗਾਰ ਹੈ। ਸੋ ਜੇ ਇਹਨੇ ਉਹ ਰੰਗੀਲੇ ਪਰਮਾਤਮਾ ਨੂੰ, ਪਤੀ ਨੂੰ ਖੁਸ਼ ਕਰਨਾ ਨਾ, ਕਹਿੰਦੇ ਫਿਰ ਉਹਨੂੰ ਨਾਮ ਜਪਣਾ ਪਏਗਾ, ਉਹਨੂੰ ਨਾਮ ਦਾ ਸ਼ਿੰਗਾਰ ਕਰਨਾ ਪਏਗਾ। ਉਹ ਸਾਡੇ ਗਹਿਣੇ ਗੁਣੇ ਨਾਲ ਖੁਸ਼ ਨਹੀਂ ਹੁੰਦਾ। ਉਹ ਗਹਿਣੇ ਤਾਂ ਸੰਸਾਰ ਲਈ ਪਾਏ ਜਾਂਦੇ ਨੇ, ਐਕਚੁਅਲੀ ਤਾਂ ਗਹਿਣੇ ਪਤੀ ਲਈ ਸਨ। ਕੁਆਰੀਆਂ ਕੁੜੀਆਂ ਨਹੀਂ ਨਾ ਪਾਉਂਦੀਆਂ, ਵਿਆਹੀਆਂ ਪਾਉਂਦੀਆਂ ਨੇ, ਫਿਰ ਪਤੀ ਲਈ ਪਾਉਂਦੀਆਂ ਨਾ। ਪਰ ਨਹੀਂ, ਅੱਜ ਗਹਿਣੇ ਪਤੀ ਲਈ ਨਹੀਂ ਪਾਏ ਜਾਂਦੇ, ਲੋਕਾਂ ਲਈ ਪਾਏ ਜਾਂਦੇ ਨੇ। ਪਤੀ ਲਈ ਨਹੀਂ ਪਾਏ ਜਾਂਦੇ, ਲੋਕਾਂ ਲਈ ਪਾਏ। ਜਦੋਂ ਬਾਹਰ ਜਾਣਾ, ਵਿਆਹ ਸ਼ਾਦੀਆਂ 'ਤੇ ਜਾਣਾ, ਫਿਰ ਲੋਕਾਂ ਲਈ ਪਾਏ ਨਾ। ਜੇ ਪਤੀ ਲਈ ਪਾਉਣੇ ਤਾਂ ਫਿਰ ਪਾਈ ਰੱਖਦੀ। ਹਾਂਜੀ, ਫਿਰ ਤਾਂ ਘਰ ਵੀ ਪਾਈ ਰੱਖਦੀ ਵੀ ਮੇਰਾ ਤੁਹਾਡੇ ਨਾਲ ਵਿਆਹ ਹੋਇਆ ਹੈ, ਤੁਸੀਂ ਮੈਨੂੰ ਗਹਿਣੇ ਦਿੱਤੇ ਨੇ, ਮੈਂ ਤਾਂ ਤੁਹਾਡੇ ਲਈ ਪਾਉਣੇ ਨੇ। ਹਾਰ ਸ਼ਿੰਗਾਰ ਪਤੀ ਲਈ ਕੀਤਾ ਜਾਂਦਾ ਹੈ। ਕੁਆਰੀਆਂ ਕੁੜੀਆਂ ਹਾਰ ਸ਼ਿੰਗਾਰ ਨਹੀਂ ਜੇ ਕਰਨਗੀਆਂ ਤਾਂ ਕਿ ਉਹਨੂੰ ਪੁੱਛੇ ਤੂੰ ਵਿਆਹ ਕਰਾ ਲੈ, ਇਹ ਪੁੱਛਣਗੇ। ਜਿਵੇਂ ਮੈਨੂੰ ਨੇ ਸ਼ੁਰੂ ਤੋਂ ਹੀ ਕੜਾ ਅਤੇ ਸੋਨੇ ਦੀ ਛਾਪ ਪਾਉਣ ਦਾ ਸ਼ੌਕ ਸੀ, ਆਪਣੇ ਬੜੇ ਸ਼ੌਕ ਹੁੰਦੇ ਨੇ। ਕਈ ਮੈਨੂੰ ਪੁੱਛਣ ਵਿਆਹ ਕਰਾ ਲੈ, ਮੈਂ ਨਾ, ਕਹਿੰਦੇ ਫਿਰ ਮੈਂ ਕੀ ਗੱਲ ਕੁਆਰਾ ਨਹੀਂ ਪਾ ਸਕਦਾ? ਆਮ ਹੈ ਨਾ ਵੀ ਵਿਆਹੇ ਹੋਏ ਨੇ ਪਾਏ ਹੁੰਦੇ ਨੇ। ਹਾਂਜੀ, ਸੋ ਹਾਰ ਸ਼ਿੰਗਾਰ ਅਸਲ ਵਿੱਚ ਪਤੀ ਲਈ ਹੁੰਦਾ ਹੈ, ਅਤੇ ਪਰਮਾਤਮਾ ਸਾਡਾ ਹੈਗਾ ਪਤੀ। ਅਤੇ ਉਹ ਕਿਸ ਸ਼ਿੰਗਾਰ ਨੂੰ ਪਿਆਰ ਕਰਦਾ ਹੈ? ਵੀ ਤੂੰ ਨਾਮ ਜਪਿਆ, ਤੂੰ ਨਾਮ ਦਾ ਹਾਰ ਪਾਇਆ, ਨਾਮ ਦਾ ਸ਼ਿੰਗਾਰ ਕੀਤਾ, ਬਸ ਉਹਨੂੰ ਤਾਂ ਨਾਮ ਦਾ ਸ਼ਿੰਗਾਰ ਹੀ ਅਸਲ ਸ਼ਿੰਗਾਰ ਹੈ। ਸੱਚਾਵਾਂ ਹੁੰਦਾ ਸੱਚਾ ਸਦਾ ਰਹਿਣ ਵਾਲਾ, ਸਾਜ ਹੁੰਦਾ ਸ਼ਿੰਗਾਰ। ਪਰਮਾਤਮਾ ਦਾ ਨਾਮ ਜਿਹੜਾ ਹੈ, ਨਾਮ 'ਚ ਰੰਗੇ ਜਾਣਾ ਹੀ ਉਹਦੇ ਲਈ ਅਸਲੀ ਸ਼ਿੰਗਾਰ ਹੈ। ਉਸ ਸ਼ਿੰਗਾਰ ਨੂੰ ਵੇਖ ਕੇ ਉਹ ਜਿਹੜਾ ਰੰਗੀਲਾ ਪਤੀ ਹੈ ਉਹ ਖੁਸ਼ ਹੁੰਦਾ ਹੈ। ਸੋ ਅਸੀਂ ਨਾਮ ਦਾ, ਜਿੱਥੇ ਸੰਸਾਰ ਲਈ ਹਾਰ ਸ਼ਿੰਗਾਰ ਕਰਨਾ ਹੈ, ਕਿਉਂਕਿ ਆਪਾਂ ਸੰਸਾਰ 'ਚ ਰਹਿਣਾ। ਠੀਕ ਹੈ, ਜਦੋਂ ਸੰਸਾਰ ਦੇ ਵਿੱਚ ਵਿਚਰਨਾ ਕੁਦਰਤੀ ਗੱਲ ਹੈ। ਜਿਹੜੇ ਆਪਾਂ ਘਰ ਕੱਪੜੇ ਪਾਉਂਦੇ ਹਾਂ ਉਹ ਬਾਹਰ ਨਹੀਂ ਪਾਉਂਦੇ, ਬਾਹਰੋਂ ਆ ਕੇ ਆਪਾਂ ਆਰਾਮ ਦੇ ਕੱਪੜੇ ਬਦਲਦੇ ਹਾਂ ਵੀ ਥੋੜ੍ਹੇ ਈਜ਼ੀ ਹੋ ਜਾਈਏ, ਸੌਖੇ ਹੋ ਜਾਈਏ, ਕੁਦਰਤੀ ਗੱਲ ਹੈ। ਜਿਵੇਂ ਜੋ ਦਿਨੇ ਕੱਪੜੇ ਪਾਉਂਦੇ ਉਹ ਰਾਤ ਨੂੰ ਨਹੀਂ ਪਾਉਂਦੇ, ਰਾਤ ਥੋੜ੍ਹੇ ਖੁੱਲ੍ਹੇ ਕੱਪੜੇ ਪਾਉਂਦੇ ਵੀ ਆਰਾਮ ਨਾਲ ਨੀਂਦ ਆਵੇ। ਰਾਤ ਵਾਲੇ ਕੱਪੜੇ ਹੋਰ ਹੁੰਦੇ ਨੇ, ਘਰ 'ਚ ਦਿਨ ਵਾਲੇ ਹੋਰ ਹੁੰਦੇ ਨੇ। ਜਦੋਂ ਅਸੀਂ ਬਾਹਰ ਜਾਣਾ, ਡਿਊਟੀ 'ਤੇ ਜਾਣਾ, ਵਿਆਹ ਸ਼ਾਦੀ ਜਾਣਾ, ਹੋਰ ਕਿਤੇ ਜਾਣਾ, ਉਦੋਂ ਸਾਡੇ ਕੱਪੜੇ ਹੋਰ ਹੁੰਦੇ ਨੇ। ਪਰ ਪਰਮਾਤਮਾ ਨੂੰ ਜਿਹੜੇ ਕੱਪੜੇ ਪਸੰਦ ਨੇ ਉਹਦਾ ਪਰਮਾਤਮਾ ਦਾ ਨਾਮ ਹੈ, ਬਸ ਇਹੀ ਉਹਦਾ ਹਾਰ ਸ਼ਿੰਗਾਰ ਹੈ। ਉਹ ਸਾਡੇ ਬਾਹਰਲੇ ਸੋਨੇ ਚਾਂਦੀ ਕੱਪੜਿਆਂ ਨੂੰ ਨਹੀਂ ਵੇਖਦਾ, ਉਹ ਤਾਂ ਕਹਿੰਦਾ ਵੀ ਕੀ ਪਿਆਰ 'ਚ ਰੰਗਿਆ ਹੋਇਆ, ਕੀ ਇਹ ਮੇਰਾ ਨਾਮ ਜਪਦਾ, ਇਹ ਤਾਂ ਬਸ ਅਸਲ 'ਚ ਹਾਰ ਸ਼ਿੰਗਾਰ ਇਹੀ ਹੈ, ਅਤੇ ਇਹੀ ਅਸੀਂ ਕਰਨਾ ਹੈ। ਸਤਿਕਾਰਯੋਗ ਸਾਧ ਸਿੰਘ ਜੀ।
ਕੱਲ੍ਹ ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਵਸ ਹੈ। ਸਾਰੇ ਸੰਸਾਰ 'ਚ, ਕਿਉਂਕਿ 2-3 ਗੁਰੂ ਨੇ ਮੈਂ ਦੇਖਿਆ, ਉਹਨਾਂ ਦਾ ਤਕਰੀਬਨ ਸਾਰੇ ਸੰਸਾਰ 'ਚ ਮਨਾਇਆ। ਗੁਰੂ ਨਾਨਕ ਦਾ ਵੀ ਬਹੁਤ ਗੁਰਦੁਆਰੇ ਮਨਾਉਂਦੇ ਨੇ, 10ਵੇਂ ਪਾਤਸ਼ਾਹ ਦਾ ਵੀ ਮਨਾਉਂਦੇ ਨੇ, ਪੰਚਮ ਦਾ ਵੀ ਮਨਾਉਂਦੇ ਨੇ, ਜਾਂ ਜਿਹੜੇ ਛੋਟੇ ਸਾਹਿਬਜ਼ਾਦੇ ਨੇ ਇਹਨਾਂ ਦਾ ਵੀ ਮਨਾਉਂਦੇ ਨੇ। ਸੋ ਕੱਲ੍ਹ ਨੂੰ ਗੁਰੂ ਨਾਨਕ ਦੇ ਪ੍ਰਕਾਸ਼ ਜਿਹੜਾ ਹੈ, ਕੱਲ੍ਹ ਨੂੰ 1 ਘੰਟਾ ਗੁਰੂ ਨਾਨਕ ਦੇ ਜੀਵਨ 'ਤੇ ਹੀ ਕਥਾ ਵਾਰਤਾ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।